ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗਹੁ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਤਿਗੁਰਾਂ ਨੇ ਰਹਿਮਤ ਕਰਕੇ ਪ੍ਰਾਰੰਭ ਕਰਾਈ। ਕੱਲ੍ਹ ਆਪਾਂ ਨੇ ਜੋ ਜਪ ਬਾਣੀ ਹੈ, ਜਪਜੀ ਸਾਹਿਬ, ਇਸ ਬਾਣੀ ਦੀ ਪ੍ਰਾਰੰਭਤਾ ਕੀਤੀ ਹੈ ਔਰ ਆਪਾਂ ਇਹ ਵਿਚਾਰਿਆ ਭੂਮਿਕਾ ਦੇ ਵਿੱਚ ਕਿ ਗੁਰਬਾਣੀ ਰੱਬੀ ਬੋਲ ਹਨ ਔਰ ਜਪਜੀ ਸਾਹਿਬ ਜੋ ਬਾਣੀ ਹੈ, ਫਿਰ ਇਹਦਾ ਇਤਿਹਾਸਕ ਪੱਖ ਵਿਚਾਰਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਜੋ ਵਿਚਾਰ ਕੀਤੀ ਹੈ, ਉਹਨਾਂ ਨੂੰ ਪਰਮਾਤਮਾ ਦੇ ਬਾਰੇ ਜੋ ਜਵਾਬ ਦਿੱਤੇ ਹਨ ਪੌੜੀਆਂ ਰੂਪ ਦੇ ਵਿੱਚ, ਉਹ ਸਤਿਗੁਰਾਂ ਨੇ ਉਚਾਰਨ ਕੀਤੇ। ਔਰ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਪਾ ਕੇ ਆਪ ਜੀ ਦੀ ਹਜ਼ੂਰੀ ਦੇ ਅੰਦਰ ਜੋ ਇਹਨਾਂ ਪੌੜੀਆਂ ਨੂੰ ਤਰਤੀਬ ਦਿੱਤੀ ਔਰ ਇਸ ਬਾਣੀ ਦਾ ਨਾਮ ਜਪ ਪੈ ਗਿਆ। ਔਰ ਉਸ ਵੇਲੇ ਤੋਂ ਇਹ ਬਾਣੀ ਜਿਹੜੀ ਹੈ ਸਿੱਖਾਂ ਦੇ ਵਿੱਚ ਮਰਿਆਦਾ ਦੇ ਤੌਰ 'ਤੇ ਨਿਤਨੇਮ ਦੇ ਵਿੱਚ ਪੜ੍ਹੀ ਜਾਂਦੀ ਹੈ ਅੰਮ੍ਰਿਤ ਵੇਲੇ। ਹਾਲਾਂਕਿ ਕਈ ਗੁਰਮੁਖ ਸੱਜਣ ਅੰਮ੍ਰਿਤ ਵੇਲੇ ਤੋਂ ਇਲਾਵਾ ਹੋਰ ਵੀ ਕਈ ਜਾਪ ਇਸ ਜਪਜੀ ਸਾਹਿਬ ਦੀ ਬਾਣੀ ਦੇ ਕਰਦੇ ਹਨ, ਕਿਉਂਕਿ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭਾਵ ਜੋ ਹੈ ਉਹ ਇਸ ਬਾਣੀ ਦੇ ਅੰਦਰ ਹੈ। ਇਸ ਕਰਕੇ ਜਦੋਂ ਇਸ ਬਾਣੀ ਦਾ ਅਭਿਆਸ ਕੀਤਾ ਜਾਂਦਾ ਹੈ ਤਾਂ ਬਹੁਤ ਰਹਿਮਤਾਂ ਮਿਲਦੀਆਂ ਹਨ। ਤੋ ਇਸ ਬਾਣੀ ਦੀ ਵਿਆਖਿਆ ਜੋ ਪ੍ਰਾਰੰਭ ਕੀਤੀ ਹੈ, ਅੱਜ ਪਹਿਲੀ ਪੌੜੀ ਤੋਂ ਆਪਾਂ ਨੇ ਵਿਆਖਿਆ ਪ੍ਰਾਰੰਭ ਕਰਨੀ ਹੈ। ਆਓ ਜਿੰਨੇ ਵੀ ਆਪਾਂ ਸਰੀਰ ਜੁੜ ਬੈਠੇ ਹਾਂ ਔਰ ਜਾਂ ਜੋ ਸੋਸ਼ਲ ਮੀਡੀਆ 'ਤੇ ਇਸ ਕਥਾ ਨੂੰ ਸਰਵਣ ਕਰ ਰਹੇ ਹਨ, ਆਓ ਸਤਿਗੁਰਾਂ ਦੀ ਬਖਸ਼ੀ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਬਾਣੀ ਦੇ ਅੰਦਰ ਜੋ ਪਹਿਲੀ ਪੌੜੀ ਪ੍ਰਾਰੰਭ ਹੁੰਦੀ ਹੈ ਉਹ ਹੁੰਦੀ ਹੈ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇੱਥੋਂ ਸ਼ੁਰੂ ਹੁੰਦੀ ਹੈ। ਕਈ ਸੱਜਣ ਜੋ ਮੰਗਲਾਚਰਨ ਔਰ ਸ਼ਲੋਕ ਆਇਆ ਹੈ ਆਦਿ ਸੱਚ ਜੁਗਾਦ ਸੱਚ, ਉਸ ਨੂੰ ਪਹਿਲੀ ਪੌੜੀ ਕਹਿ ਦਿੰਦੇ ਨੇ, ਪਰ ਨਹੀਂ ਸਾਧ ਸੰਗਤ, ਉਹ ਪਹਿਲੀ ਪੌੜੀ ਨਹੀਂ ਹੈ। ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਇਸ ਬਾਣੀ ਦਾ ਵੀ ਮੰਗਲਾਚਰਨ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵੀ ਮੰਗਲਾਚਰਨ ਹੈ। ਤੋ ਗੁਰਪ੍ਰਸਾਦ ਤੱਕ ਮੰਗਲ ਹੈ। ਉਸ ਤੋਂ ਬਾਅਦ ਫਿਰ ਸਰਲੇਖ ਜਪ ਤੋਂ ਬਾਅਦ ਪਹਿਲਾ ਸ਼ਲੋਕ ਇਸ ਬਾਣੀ ਦਾ ਹੈ। 2 ਸ਼ਲੋਕ ਇਸ ਬਾਣੀ ਦੇ ਅੰਦਰ ਆਉਂਦੇ ਹਨ, ਇੱਕ ਆਦਿ ਸੱਚ ਜੁਗਾਦ ਸੱਚ ਇਹ ਵਾਲਾ ਸ਼ਲੋਕ, ਔਰ ਇੱਕ ਜੋ ਅਖੀਰ 'ਤੇ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਕਈ ਸੱਜਣ ਇਹ ਕਹਿੰਦੇ ਨੇ ਵੀ ਇਸ ਬਾਣੀ ਦੇ ਵਿੱਚ ਇੱਕੋ ਹੀ ਸ਼ਲੋਕ ਹੈ, ਕਿਉਂਕਿ ਜਦੋਂ ਆਪਾਂ ਪਵਨ ਗੁਰੂ ਪਾਣੀ ਪਿਤਾ ਵਾਲਾ ਸ਼ਲੋਕ ਪੜ੍ਹਦੇ ਹਾਂ ਉਹਦੇ ਅਖੀਰ 'ਤੇ ਵੀ ਇੱਕ ਪਾਇਆ ਹੋਇਆ, ਤਾਂ ਕਹਿੰਦੇ ਵੀ ਜੇ 2 ਸ਼ਲੋਕ ਹੁੰਦੇ ਉੱਥੇ 2 ਲਿਖਿਆ ਆਉਣਾ ਸੀ। ਪਰ ਨਹੀਂ ਸਾਧ ਸੰਗਤ, ਹਮੇਸ਼ਾ ਸ਼ਲੋਕ 2 3 4 ਉਹ ਉਦੋਂ ਲਿਖਿਆ ਆਉਂਦਾ ਹੈ ਜਦੋਂ ਉਹ ਸ਼ਲੋਕ ਇਕੱਠੇ ਆਉਣ। ਪਰ ਜਦੋਂ ਅਲੱਗ-ਅਲੱਗ ਮਤਲਬ ਇੱਕ ਸ਼ਲੋਕ ਉਚਾਰਨ ਕਰਕੇ ਫਿਰ ਕੁਝ ਪੌੜੀਆਂ ਆ ਜਾਂਦੀਆਂ ਜਾਂ ਅਸ਼ਟਪਦੀਆਂ ਆ ਜਾਂਦੀਆਂ, ਉਸ ਤੋਂ ਬਾਅਦ ਫਿਰ ਸ਼ਲੋਕ ਆਉਂਦਾ ਹੈ, ਉਸ ਤੋਂ ਬਾਅਦ ਫਿਰ ਉਹ ਇੱਕ ਹੀ ਆਏਗਾ। ਹਾਂ, ਇੱਕ ਸ਼ਲੋਕ ਤੋਂ ਬਾਅਦ ਲਗਾਤਾਰ ਦੂਜਾ ਵੀ ਨਾਲ ਹੀ ਲਿਖਿਆ, ਫਿਰ ਉੱਥੇ 2 ਲਿਖਿਆ ਮਿਲਦਾ ਹੈ। ਉਦਾਹਰਨ ਦੇ ਤੌਰ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਹਰ ਸ਼ਲੋਕ ਦੇ ਅੱਗੇ ਇੱਕ ਹੀ ਲਿਖਿਆ ਮਿਲਦਾ ਹੈ।
ਤੋ ਇਹ ਧਿਆਨ ਦੇ ਵਿੱਚ ਰੱਖਣਾ ਵੀ ਜਪ ਬਾਣੀ ਦੇ ਅੰਦਰ 2 ਸ਼ਲੋਕ ਨੇ। ਪਹਿਲਾ ਸ਼ਲੋਕ ਆਦਿ ਸੱਚ ਜੁਗਾਦ ਸੱਚ। ਫਿਰ ਜਿਹੜੀ ਪਹਿਲੀ ਪੌੜੀ ਪ੍ਰਾਰੰਭ ਹੁੰਦੀ ਹੈ ਉਹ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇੱਥੋਂ ਜਿਹੜੀ ਇਹ ਬਾਣੀ ਪ੍ਰਾਰੰਭ ਹੁੰਦੀ ਹੈ। ਆਓ ਇਸ ਪਾਵਨ ਬਚਨਾਂ ਦੇ ਅੱਖਰੀ ਅਰਥ ਔਰ ਜੇ ਕਿਤੇ ਲੋੜ ਜਾਪਦੀ ਹੈ ਉੱਥੇ ਥੋੜ੍ਹੇ ਭਾਵ ਅਰਥ ਦੱਸਣ ਦਾ ਯਤਨ ਕਰਾਂਗੇ। ਆਰੰਭ ਕਰਨ ਤੋਂ ਪਹਿਲਾਂ ਆਓ ਰਸਨਾ ਨੂੰ ਪਵਿੱਤਰ ਕਰੀਏ ਜੀ ਔਰ ਉਚਾਰਨ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚੈ ਇਹ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦਾ ਹੈ। ਸੰਸਕ੍ਰਿਤ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਸ਼ੌਚ। ਇਹਦਾ ਮਤਲਬ ਹੁੰਦਾ ਹੈ ਪਵਿੱਤਰਤਾ ਜਾਂ ਇਸ਼ਨਾਨ ਆਦਿਕ ਕਰਨੇ। ਔਰ ਸਨਾਤਨ ਮਤ ਦੇ ਵਿੱਚ ਇਹ ਅਕਸਰ ਪ੍ਰਚਲਿਤ ਹੈ ਵੀ 68 ਤੀਰਥਾਂ ਦਾ ਇਸ਼ਨਾਨ ਕਰਾਂਗੇ ਜਾਂ ਸੁੱਚ ਪਵਿੱਤਰਤਾ ਰੱਖਾਂਗੇ, ਇਹਦੇ ਨਾਲ ਸਚਿਆਰ ਹੋ ਜਾਂਦੇ ਆ, ਇਹਦੇ ਨਾਲ ਅਸੀਂ ਸਫਲ ਹੋ ਜਾਵਾਂਗੇ। ਕਿਉਂਕਿ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਪਹਿਲਾਂ ਤਾਂ ਇਹ ਭੁਲੇਖੇ ਕੱਢੇ ਵੀ ਆਹ ਤਰੀਕੇ ਜਿਹੜਾ ਸੰਸਾਰ ਵਰਤਦਾ ਹੈ ਇਹਨਾਂ ਤਰੀਕਿਆਂ ਦੇ ਨਾਲ ਸਚਿਆਰ ਨਹੀਂ ਹੋ ਸਕਦੇ। ਫਿਰ ਸਚਿਆਰ ਕਿਵੇਂ ਹੋਈਦਾ ਹੈ ਇਹਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਫਿਰ ਇਸ ਪੌੜੀ ਦੇ ਅਖੀਰ 'ਤੇ ਦਿੱਤਾ ਹੈ। ਸਭ ਤੋਂ ਪਹਿਲਾਂ ਉਹ ਤਰੀਕੇ ਜਿਹੜੇ ਆਮ ਤੌਰ 'ਤੇ ਸਮਾਜ ਦੇ ਵਿੱਚ ਵਰਤੇ ਜਾਂਦੇ ਸਨ ਉਹਨਾਂ ਦਾ ਖੰਡਨ ਕੀਤਾ ਹੈ ਵੀ ਇਹਨਾਂ ਤਰੀਕਿਆਂ ਦੇ ਨਾਲ ਸਚਿਆਰ ਨਹੀਂ ਹੋਈਦਾ। ਆਮ ਤੌਰ 'ਤੇ ਸਮਾਜ ਦੇ ਵਿੱਚ ਇਹ ਪ੍ਰਚਲਿਤ ਸੀ ਇਹ ਗੱਲ ਕਿ ਜੇ ਅਸੀਂ ਸ਼ੌਚ ਇਸ਼ਨਾਨ ਪਵਿੱਤਰਤਾ ਰੱਖਾਂਗੇ ਇਸ ਤਰ੍ਹਾਂ ਸਚਿਆਰ ਹੋ ਜਾਵਾਂਗੇ। ਪਰ ਮਹਾਰਾਜ ਕਹਿੰਦੇ ਤੁਸੀਂ ਲੱਖਾਂ ਵਾਰੀ ਇਸ਼ਨਾਨ ਕਰ ਲਵੋ, ਲੱਖਾਂ ਵਾਰੀ ਪਵਿੱਤਰਤਾ ਰੱਖਣ ਦਾ ਯਤਨ ਕਰੋ, ਪਰ ਸਰੀਰ ਦੇ ਇਸ਼ਨਾਨ ਕਰਨ ਦੇ ਨਾਲ ਮਨ ਨੇ ਸਾਫ਼ ਨਹੀਂ ਹੋਣਾ ਜੇ। ਔਰ ਇਹ ਧਿਆਨ ਰੱਖੋ ਵੀ ਸਰੀਰ ਦੇ ਇਸ਼ਨਾਨ ਕਰਨ ਨਾਲ ਤਾਂ ਸਰੀਰ ਵੀ ਸਾਫ਼ ਨਹੀਂ ਹੁੰਦਾ। ਹਾਂ, ਕੁਝ ਸਮੇਂ ਵਾਸਤੇ ਮੈਲ ਲਹਿ ਜਾਂਦੀ ਆ, ਪਰ ਇਸ਼ਨਾਨ ਕਰਨ ਤੋਂ ਥੋੜ੍ਹੇ ਸਮੇਂ ਬਾਅਦ ਆਪਣੇ ਆਪ ਹੀ ਫਿਰ ਸਰੀਰ 'ਤੇ ਮੈਲ ਆ ਜਾਂਦੀ ਹੈ, ਬਾਹਰੋਂ ਵੀ ਆਉਂਦੀ ਹੈ ਅੰਦਰੋਂ ਵੀ ਨਿਕਲਦੀ ਹੈ। ਇਸ ਕਰਕੇ ਬਾਹਰੀ ਤੌਰ 'ਤੇ ਇਸ਼ਨਾਨ ਕਰਨਾ ਹੈ ਪਰ ਉਹ ਬਾਹਰੀ ਸਫਾਈ ਵਾਸਤੇ। ਪਰ ਜੇ ਕੋਈ ਸੋਚੇ ਵੀ ਬਾਹਰ ਦੀ ਸਫਾਈ ਰੱਖਣ ਦੇ ਨਾਲ ਸਰੀਰ ਨੂੰ ਸਾਫ਼ ਕਰਨ ਦੇ ਨਾਲ ਅਸੀਂ ਅੰਦਰੋਂ ਵੀ ਸਚਿਆਰ ਹੋ ਜਾਵਾਂਗੇ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ। ਸਗੋਂ ਦੇਖਣ ਦੇ ਵਿੱਚ ਆਇਆ ਹੈ ਵੀ ਜਿਹੜੇ ਮਨੁੱਖ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ ਨੇ ਉਹਨਾਂ ਨੇ ਅੰਦਰੋਂ ਸਾਫ਼ ਤਾਂ ਕੀ ਹੋਣਾ ਸੀ, ਸਗੋਂ ਦੁੱਗਣੇ ਮੈਲੇ ਹੋ ਜਾਂਦੇ ਨੇ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆ ਦੋਏ ਭਾ ਚੜੀਅਸ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਕੋਰ, ਸਾਧ ਭਲੇ ਅਨ ਨਹਾਤਿਆਂ ਚੋਰ ਸੇ ਚੋਰਾਂ ਚੋਰ। ਪਹਿਲਾਂ ਇਹਦੇ 'ਚ ਘੱਟੋ ਘੱਟ ਹਉਮੈ ਤਾਂ ਨਹੀਂ ਸੀ ਨਾ, ਹੁਣ ਤੀਰਥਾਂ 'ਤੇ ਇਸ਼ਨਾਨ ਕਰਕੇ ਇਹਦੇ ਮਨ ਵਿੱਚ ਹਉਮੈ ਵੀ ਆ ਗਈ ਜੀ, ਮੈਂ ਤਾਂ ਧਰਮ ਕਰਮ ਕਰਨ ਵਾਲਾ ਹਾਂ ਜੀ, ਮੈਂ ਤਾਂ ਤੀਰਥਾਂ 'ਤੇ ਨਹਾਉਣ ਵਾਲਾ ਹਾਂ। ਮਹਾਰਾਜ ਕਹਿੰਦੇ ਅੰਦਰੋਂ ਸਾਫ਼ ਤਾਂ ਕੀ ਹੋਣਾ ਸੀ, ਸਗੋਂ ਦੁੱਗਣੀ ਮੈਲ ਚੜ੍ਹਾ ਲਈ। ਅਤੇ ਜੇ ਇਸ਼ਨਾਨ ਕਰਨ ਦੇ ਨਾਲ ਹੀ ਕੋਈ ਸਫਲ ਹੋ ਸਕਦਾ ਹੁੰਦਾ, ਆ ਡੱਡੂ ਤਾਂ ਫਿਰ ਨਿੱਤ ਇਸ਼ਨਾਨ ਕਰਦੇ ਨੇ, ਇਹਨਾਂ ਨੇ ਤਾਂ ਫਿਰ ਸਫਲ ਹੋ ਜਾਣਾ ਸੀ। ਸੋ ਮਹਾਰਾਜ ਕਹਿੰਦੇ ਭਾਵੇਂ ਕੋਈ ਲੱਖਾਂ ਵਾਰੀ ਇਸ਼ਨਾਨ ਕਰ ਲਵੇ ਪਰ ਇਸ ਢੰਗ ਦੇ ਨਾਲ ਅੰਦਰੋਂ ਮਨੁੱਖ ਸਚਿਆਰ ਨਹੀਂ ਹੋ ਸਕਦਾ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਫਿਰ ਅਗਲਾ ਤਰੀਕਾ ਜੋ ਸਮਾਜ ਨੇ ਵਰਤਿਆ ਉਹ ਹੈ ਸਮਾਧੀਆਂ ਲਾਉਣ ਦਾ, ਮੌਨ ਵਰਤ ਰੱਖਣ ਦਾ, ਵੀ ਜ਼ੁਬਾਨ ਕਰਕੇ ਆਪਾਂ ਬੋਲਦੇ ਨਹੀਂ ਅਤੇ ਜਿਹੜਾ ਮਨ ਹੈ ਉਹ ਆਪੇ ਚੁੱਪ ਹੋ ਜਾਊਗਾ। ਮਨ ਚੁੱਪ ਹੋ ਗਿਆ, ਸਚਿਆਰ ਹੋ ਗਏ। ਪਰ ਮਹਾਰਾਜ ਕਹਿੰਦੇ ਨਹੀਂ, ਇਹ ਵੀ ਭੁਲੇਖਾ ਜੇ। ਤੁਸੀਂ ਭਾਵੇਂ ਇੱਕ ਤਾਰ ਇੱਕ ਰਸ ਦੇ ਵਿੱਚ ਸਮਾਧੀਆਂ ਲਾ ਕੇ ਬੈਠ ਜਾਵੋ ਅਤੇ ਮੌਨ ਰੱਖ ਲਵੋ, ਜ਼ੁਬਾਨ ਦੇ ਚੁੱਪ ਕਰਨ ਦੇ ਨਾਲ ਤੁਹਾਡੇ ਮਨ ਨੇ ਚੁੱਪ ਨਹੀਂ ਹੋਣਾ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਨਾ, ਵਰਮੀ ਮਾਰੀ ਸਾਪ ਨਾ ਮੂਆ। ਹੁਣ ਸੱਪ ਖੁੱਡ 'ਚ ਵੜ ਗਿਆ ਅਤੇ ਅਸੀਂ ਉੱਤੋਂ ਖੁੱਡ ਬੰਦ ਕਰਕੇ ਕਹੀਏ ਸੱਪ ਮਾਰਤਾ। ਮਹਾਰਾਜ ਕਹਿੰਦੇ ਖੁੱਡ ਬੰਦ ਕਰਨ ਦੇ ਨਾਲ ਸੱਪ ਨਹੀਂ ਮਰਦਾ, ਇਸੇ ਤਰ੍ਹਾਂ ਜ਼ੁਬਾਨ ਬੰਦ ਕਰਨ ਦੇ ਨਾਲ ਮਨ ਨਹੀਂ ਮਰਦਾ, ਸਗੋਂ ਦੁੱਗਣਾ ਬੋਲਦਾ। ਕਈ ਵਾਰੀ ਅਸੀਂ ਚੁੱਪ ਰਹਿੰਦੇ ਹਾਂ ਪਰ ਮਨ ਬੋਲ ਰਿਹਾ ਹੁੰਦਾ। ਤੋਂ ਬਾਹਰੋਂ ਸਮਾਧੀਆਂ ਲਾਉਣ ਦੇ ਨਾਲ ਜਿਹੜਾ ਮਨ ਚੁੱਪ ਨਹੀਂ ਹੁੰਦਾ, ਮਨ ਸ਼ਾਂਤ ਨਹੀਂ ਹੁੰਦਾ। ਇੱਥੇ ਉਚਾਰਨ ਦਾ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ। ਚੁੱਪੈ ਚੁੱਪ ਨਾ ਹੋਵਈ, ਇੱਥੇ ਨਾ ਨਹੀਂ ਬੋਲਣਾ। ਜਦੋਂ ਨਾ ਬੋਲਾਂਗੇ ਨੰਨੇ ਨੂੰ ਕੰਨਾ ਲੱਗ ਜਾਵੇਗਾ, ਪਰ ਇੱਥੇ ਨੰਨਾ ਮੁਕਤਾ ਹੈ। ਤੋ ਜਿੱਥੇ ਵੀ ਨੰਨਾ ਮੁਕਤਾ ਆਵੇ ਉੱਥੇ ਨ ਕਰਕੇ ਬੋਲਣਾ ਹੈ। ਚੁੱਪੈ ਚੁੱਪ ਨਾ ਹੋਵਈ
ਜੇ ਲਾਏ ਰਾਹ ਲਿਵਤਾਰ। ਬਾਹਰ ਦੀਆਂ ਸਮਾਧੀਆਂ ਦੇ ਨਾਲ, ਬਾਹਰ ਦੇ ਮੌਨ ਰੱਖਣ ਦੇ ਨਾਲ ਮਨ ਨੇ ਚੁੱਪ ਨਹੀਂ ਹੋਣਾ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਫਿਰ ਅਗਲੀ ਸਮੱਸਿਆ ਹੈ ਭੁੱਖ, ਤ੍ਰਿਸ਼ਨਾ। ਕਿਉਂਕਿ ਜਿੰਨੀ ਦੇਰ ਤੱਕ ਮਨ ਦੇ ਵਿੱਚ ਤ੍ਰਿਸ਼ਨਾ ਹੈ, ਬੰਦਾ ਸਚਿਆਰ ਨਹੀਂ ਹੋ ਸਕਦਾ। ਫਿਰ ਮਨੁੱਖ ਨੇ ਕੀ ਕੀਤਾ ਵੀ ਜੇ ਤ੍ਰਿਸ਼ਨਾ ਨੂੰ ਖਤਮ ਕਰਨਾ ਹੈ, ਜੋ ਮਨ ਮੰਗਦਾ ਇਹਨੂੰ ਦੇ ਦਿਓ, ਸਾਰਾ ਕੁਝ ਦੇ ਦਿਓ, ਦਈ ਜਾਓ, ਸਭ ਕੁਝ ਇਕੱਠਾ ਕਰ ਲਵੋ, ਅਤੇ ਜਿੱਦਣ ਸਭ ਕੁਝ ਮਿਲ ਗਿਆ ਆਪੇ ਮਨ ਰੱਜ ਜੂਗਾ। ਪਰ ਗੁਰੂ ਸਾਹਿਬ ਜੀ ਨੇ ਇਸ ਗੱਲ ਦੇ ਨਾਲ ਵੀ ਸਹਿਮਤੀ ਨਹੀਂ ਜਤਾਈ। ਮਹਾਰਾਜ ਕਹਿੰਦੇ ਜੇ ਕੋਈ ਤ੍ਰਿਸ਼ਨਾ ਦੇ ਅਧੀਨ ਹੋ ਕੇ ਇਹ ਸੋਚੇ ਕਿ ਮੈਂ ਰੱਜ ਜਾਵਾਂਗਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਭਾਵੇਂ ਮਨੁੱਖ ਪੁਰੀਆਂ ਦੇ ਭਾਰ, ਪੂਰੀ ਦੁਨੀਆ ਦੇ ਪਦਾਰਥ ਇਕੱਠੇ ਕਰ ਲਵੇ, ਪਰ ਇਸ ਢੰਗ ਦੇ ਨਾਲ ਵੀ ਇਹ ਅੰਦਰੋਂ ਰੱਜ ਨਹੀਂ ਸਕਦਾ। ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਅੱਗ ਦੀ ਭੁੱਖ ਕੀ ਹੈ? ਲੱਕੜਾਂ ਬਾਲਣ। ਅਤੇ ਜੋ ਅੱਗ ਦੀ ਭੁੱਖ ਹੈ ਉਹਨੂੰ ਦੇ ਦਿਓ, ਲੱਕੜਾਂ ਪਾ ਦਿਓ। ਕਿ ਇਸ ਤਰ੍ਹਾਂ ਕਰਨ ਦੇ ਨਾਲ ਅੱਗ ਰੱਜ ਜਾਂਦੀ ਹੈ? ਅੱਗ ਨਹੀਂ ਰੱਜਦੀ, ਸਗੋਂ ਉਹਦੀ ਭੁੱਖ ਹੋਰ ਵੱਧਦੀ ਆ, ਉਹ ਹੋਰ ਬਾਲਣ ਮੰਗਦੀ ਆ। ਇਸੇ ਤਰ੍ਹਾਂ ਬੰਦਾ ਜਿੰਨੇ ਪਦਾਰਥ ਇਕੱਠੇ ਕਰ ਰਿਹਾ, ਤਿਵੇਂ ਓਨੀ ਉਹਦੀ ਭੁੱਖ ਵੱਧਦੀ ਜਾਂਦੀ ਆ। ਤਾਂ ਮਹਾਰਾਜ ਕਹਿੰਦੇ ਭਾਵੇਂ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰ ਲਓ, ਤ੍ਰਿਸ਼ਨਾ ਦੇ ਅਧੀਨ ਰਿਹਾ ਕਦੀ ਤ੍ਰਿਸ਼ਨਾ ਨਹੀਂ ਮੁੱਕ ਸਕਦੀ। ਇਸ ਢੰਗ ਦੇ ਨਾਲ ਵੀ ਮਨੁੱਖ ਸਚਿਆਰ ਨਹੀਂ ਹੋ ਸਕਦਾ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਹਾਂਜੀ, ਫਿਰ ਹੁਣ ਅਗਲੀ ਜੋ ਢੰਗ ਜੋ ਮਨੁੱਖ ਨੇ ਵਰਤਿਆ, ਸਚਿਆਰ ਹੋਣਾ ਹੈ ਤੇ ਵੱਧ ਤੋਂ ਵੱਧ ਸਿਆਣਪਾਂ ਗਿਆਨ ਹਾਸਲ ਕਰ ਲਈਏ। ਪਰ ਮਹਾਰਾਜ ਕਹਿੰਦੇ ਤੁਸੀਂ ਜਿੰਨੀਆਂ ਮਰਜ਼ੀ ਸਿਆਣਪਾਂ, ਸਹਿਸ ਦਾ ਮਤਲਬ ਹੈ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਤੁਸੀਂ ਇਕੱਠੀਆਂ ਕਰ ਲਵੋ, ਪਰ ਇੱਕ ਵੀ ਸਿਆਣਪ ਨੇ ਨਾਲ ਨਹੀਂ ਜਾਣਾ। ਭਾਵ ਇੱਕ ਵੀ ਸਿਆਣਪ ਸਾਡੀ ਸਹਾਇਤਾ ਨਹੀਂ ਕਰ ਸਕਦੀ। ਪੜ ਗੱਡੀ ਲੱਦੀ ਹੈ, ਪੜ ਭਰੀਐ ਸਾਥ, ਪੜ ਬੇੜੀ ਪਾਈਐ, ਪੜ ਗੱਡੀ ਹੈ ਖਾਤ। ਪੜੀ ਹੈ ਜੇਤੇ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਮਨੁੱਖ ਜਿੰਨੀਆਂ ਮਰਜ਼ੀ ਸਿਆਣਪਾਂ ਇਕੱਠੀਆਂ ਕਰ ਲਵੇ, ਇੰਨਾ ਪੜ੍ਹ ਲਵੇ ਕਿ ਪੜ੍ਹ ਕੇ ਕਿਤਾਬਾਂ ਦੇ ਢੇਰਾਂ ਦੇ ਢੇਰ ਗੱਡਿਆਂ 'ਤੇ ਲੱਦ ਲਵੇ। ਜਿੰਨੇ ਇਹਦੇ ਸਵਾਸ ਨੇ, ਜਿੰਨੀ ਇਹਦੀ ਉਮਰ ਹੈ, ਜਿੰਨੇ ਇਹਦੇ ਕੋਲ ਮਹੀਨੇ ਨੇ, ਉਹ ਸਾਰੀ ਦੀ ਸਾਰੀ ਆਰਜਾ ਆਪਣੀ ਜ਼ਿੰਦਗੀ ਪੜ੍ਹਨ 'ਤੇ ਬਤੀਤ ਕਰ ਲਵੇ, ਸਿਆਣਪਾਂ ਇਕੱਠੀਆਂ ਕਰਨ 'ਤੇ ਬਤੀਤ ਕਰ ਲਵੇ। ਮਹਾਰਾਜ ਕਹਿੰਦੇ ਇੰਨੀਆਂ ਸਿਆਣਪਾਂ ਵੀ ਇਕੱਠੀਆਂ ਕਰ ਲਵੇ, ਪਰ ਯਾਦ ਰੱਖਿਓ ਇੱਕ ਨਾਮ ਤੋਂ ਬਿਨਾਂ ਬਾਕੀ ਦੀਆਂ ਸਾਰੀ ਸਿਆਣਪਾਂ ਜਿਹੜੀਆਂ ਨੇ ਉਹ ਝੱਖ ਮਾਰਨਾ ਹੀ ਹੈ, ਕੁਛ ਵੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨੀਆਂ ਮਰਜ਼ੀ ਸਿਆਣਪਾਂ ਇਕੱਠੀਆਂ ਕਰ ਲਵੋ, ਇੱਕ ਵੀ ਸਿਆਣਪ ਨੇ ਸਾਡੀ ਸਹਾਇਤਾ ਨਹੀਂ ਕਰਨੀ। ਔਰ ਇਸ ਢੰਗ ਦੇ ਨਾਲ ਵੀ ਮਨੁੱਖ ਸਚਿਆਰ ਨਹੀਂ ਹੋ ਸਕਦਾ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਫਿਰ ਹੁਣ ਸਵਾਲ ਆ ਵੀ ਜੇ ਇਸ਼ਨਾਨ ਕਰਨ ਦੇ ਨਾਲ ਸਚਿਆਰ ਨਹੀਂ ਹੋ ਸਕਦੇ, ਮੌਨ ਰੱਖਣ ਦੇ ਨਾਲ ਸਚਿਆਰ ਨਹੀਂ ਹੋ ਸਕਦੇ, ਪਦਾਰਥ ਇਕੱਠੇ ਕਰਨ ਦੇ ਨਾਲ ਸਚਿਆਰ ਨਹੀਂ ਹੋ ਸਕਦੇ, ਸਿਆਣਪਾਂ ਇਕੱਠੀਆਂ ਕਰਨ ਦੇ ਨਾਲ ਸਚਿਆਰ ਨਹੀਂ ਹੋ ਸਕਦੇ, ਫਿਰ ਸਚਿਆਰ ਹੋਈਦਾ ਕਿਵੇਂ ਹੈ? ਕਿਵ ਸਚਿਆਰਾ ਹੋਈਐ, ਸਚਿਆਰ ਕਿਵੇਂ ਹੋਈਏ? ਕਿਵ ਕੂੜੈ ਟੁੱਟੈ ਪਾਲ। ਪਾਲ ਤੋਂ ਭਾਵ ਕੰਧ, ਜਿਹੜੀ ਕੂੜ ਦੀ ਕੰਧ, ਜਿਸ ਕੰਧ ਨੇ ਸਾਨੂੰ ਪਰਮਾਤਮਾ ਤੋਂ ਵਿਛੋੜਿਆ। ਪਰਮਾਤਮਾ ਦੂਰ ਨਹੀਂ ਹੈ, ਸਾਡੇ ਅੰਦਰ ਹੀ ਹੈ, ਪਰ ਪਰਮਾਤਮਾ ਅਤੇ ਸਾਡੇ ਅੰਦਰ ਕੀ ਫਰਕ ਪੈ ਗਿਆ? ਸਾਡੇ ਵਿਚਾਲੇ ਕੂੜ ਦੀ ਕੰਧ ਆ ਗਈ ਹੈ। ਜਿਵੇਂ ਹੁਣ ਸ਼ੀਸ਼ੇ ਦੇ ਵਿੱਚ ਸ਼ੀਸ਼ਾ ਸਾਫ਼ ਹੋਵੇ, ਆਪਣਾ ਚਿਹਰਾ ਬੜਾ ਸੋਹਣਾ ਦਿਖ ਜਾਂਦਾ ਹੈ, ਪਰ ਜੇ ਉਸ ਸ਼ੀਸ਼ੇ ਦੇ ਉੱਤੇ ਗੰਦ ਜਾਂ ਕਾਲਖ ਮਲੀ ਹੋਵੇ ਤੇ ਸਾਨੂੰ ਆਪਣਾ ਚਿਹਰਾ ਸ਼ੀਸ਼ੇ ਦੇ ਵਿੱਚ ਫਿਰ ਨਹੀਂ ਦਿਖਦਾ। ਇਵੇਂ ਹੀ ਪਰਮਾਤਮਾ ਤਾਂ ਸਾਡੇ ਅੰਦਰ ਮੌਜੂਦ ਹੈ, ਪਰ ਸਾਡੇ ਤੇ ਪਰਮਾਤਮਾ ਦੇ ਅੰਦਰ ਇੱਕ ਕੂੜ ਦੀ ਕੰਧ ਆ ਗਈ ਹੈ, ਵਿਕਾਰਾਂ ਹਉਮੈ ਦੀ ਕੰਧ ਆ ਗਈ ਹੈ, ਜਿਸ ਕਰਕੇ ਸਾਡਾ ਤੇ ਪਰਮਾਤਮਾ ਦਾ ਜੋ ਸਾਂਝ ਸੀ ਉਹ ਨਹੀਂ ਰਹਿ ਗਈ, ਵਿਛੋੜਾ ਹੋ ਗਿਆ। ਇਹ ਵਿਛੋੜਾ ਇਸ ਤਰ੍ਹਾਂ ਦਾ ਹੈ, ਇਹ ਵਿਛੋੜਾ ਇਸ ਤਰ੍ਹਾਂ ਨਹੀਂ ਵੀ ਰੱਬ ਕਿਤੇ ਦੂਰ ਚਲਾ ਗਿਆ ਅਤੇ ਹੁਣ ਉਸ ਨੂੰ ਭਾਲਣ ਵਾਸਤੇ ਸਾਨੂੰ ਕੋਈ ਸਫ਼ਰ ਤੈਅ ਕਰਨਾ ਪੈਣਾ, ਨਹੀਂ। ਇਹ ਵਿਛੋੜਾ ਇਸ ਤਰ੍ਹਾਂ ਦਾ ਨਹੀਂ ਹੈ। ਇਹ ਵਿਛੋੜਾ ਇਸ ਤਰ੍ਹਾਂ ਹੈ, ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾ ਗੰਤਾ। ਜਿਵੇਂ ਇੱਕੋ ਸੇਜ 'ਤੇ ਪਤੀ ਵੀ ਹੋਵੇ, ਪਤਨੀ ਵੀ ਹੋਵੇ, ਪਤੀ ਜਾਗ ਰਿਹਾ ਹੈ ਪਰ ਪਤਨੀ ਕੋਲ ਸੁੱਤੀ ਪਈ ਹੈ। ਹੁਣ ਪਤੀ ਪਤਨੀ ਦੇ ਕੋਲ ਬੈਠਾ ਹੈ, ਪਰ ਕੋਲ ਹੋ ਕੇ ਵੀ ਪਤਨੀ ਜਿਹੜੀ ਹੈ ਉਹ ਵਿਛੜੀ ਹੋਈ ਹੈ, ਕਿਉਂਕਿ ਸੁੱਤੀ ਪਈ ਹੈ, ਮਾਨ ਨਹੀਂ ਸਕਦੀ।
ਇਸੇ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਹੀ ਹੈ, ਸਾਡੇ ਕੋਲ ਹੀ ਹੈ, ਪਰ ਆ ਜਿਹੜੀ ਕੂੜ ਦੀ ਕੰਧ ਹੈ ਇਹਨੇ ਉਸ ਪਰਮਾਤਮਾ ਤੋਂ ਸਾਨੂੰ ਵਿਛੋੜਿਆ ਹੋਇਆ ਹੈ। ਹੁਣ ਸਵਾਲ ਇਹ ਹੈ ਵੀ ਜਿਸ ਪਰਮਾਤਮਾ ਤੋਂ ਅਸੀਂ ਇਸ ਕੂੜ ਦੀ ਕੰਧ ਕਰਕੇ ਵਿਛੜੇ ਹਾਂ ਤੇ ਸਚਿਆਰ ਹੋਣਾ ਹੈ, ਇਹ ਫਿਰ ਕੂੜ ਦੀ ਕੰਧ ਕਿਵੇਂ ਟੁੱਟੇ, ਸਚਿਆਰ ਕਿਵੇਂ ਹੋਈਏ? ਕਿਉਂਕਿ ਸਚਿਆਰ ਹੋਏ ਤੋਂ ਬਿਨਾਂ ਤਾਂ ਰੱਬ 'ਚ ਅਭੇਦ ਨਹੀਂ ਨਾ ਹੋ ਸਕਦੇ। ਰੱਬ ਸੱਚਾ ਹੈ ਤੇ ਸੱਚੇ ਵਿੱਚ ਤਾਂ ਸਚਿਆਰ ਹੀ ਮਿਲ ਸਕਦਾ, ਸੱਚੇ 'ਚ ਕੂੜਿਆਰ ਤਾਂ ਮਿਲ ਨਹੀਂ ਨਾ ਸਕਦਾ। ਹੁਣ ਸੱਚੇ 'ਚ ਅਭੇਦ ਹੋਣਾ ਹੈ, ਸਚਿਆਰ ਹੋਣਾ ਪੈਣਾ ਹੈ। ਫਿਰ ਸਵਾਲ ਆ ਸਚਿਆਰ ਕਿਵੇਂ ਹੋਈਏ? ਫਿਰ ਇਹਦਾ ਜਵਾਬ ਮਹਾਰਾਜ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆਹ ਜੁਗਤੀ ਮੇਰੇ ਸਤਿਗੁਰਾਂ ਨੇ ਦੱਸ ਦਿੱਤੀ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਪਰਮਾਤਮਾ ਨੇ ਹੁਕਮ ਲਿਖ ਦਿੱਤਾ ਉਸ ਹੁਕਮ ਦੇ ਵਿੱਚ ਰਾਜੀ ਰਹਿਣ ਦੇ ਨਾਲ ਅਸੀਂ ਸਚਿਆਰ ਹੋ ਜਾਵਾਂਗੇ। ਇੱਥੇ ਦੋ ਪ੍ਰਕਾਰ ਦੇ ਅਰਥ ਵਿਦਵਾਨ ਸੱਜਣਾ ਦੇ ਮਿਲਦੇ ਨੇ, ਵੱਖ-ਵੱਖ ਟੀਕਾਕਾਰਾਂ ਦੇ ਮਿਲਦੇ ਨੇ। ਇੱਕ ਰਜਾਈ ਦਾ ਅਰਥ ਇਹ ਵੀ ਕੀਤਾ ਗਿਆ ਵੀ ਰਜਾ ਦਾ ਮਾਲਕ, ਜੋ ਰਜਾ ਦਾ ਮਾਲਕ ਪਰਮਾਤਮਾ ਹੈ, ਉਸ ਹੁਕਮ ਨੂੰ ਮੰਨਣ ਦੇ ਨਾਲ ਅਸੀਂ ਸਚਿਆਰ ਹੋ ਜਾਵਾਂਗੇ। ਪਰ ਫਰੀਦਕੋਟ ਵਾਲੇ ਟੀਕੇ ਦੇ ਵਿੱਚ ਇਹ ਵੀ ਅਰਥ ਕੀਤੇ, ਰਜਾਈ ਦੇ ਅਰਥ ਕੀਤਾ ਹੈ ਰਾਜੀ ਰਹਿਣਾ। ਕਿਉਂਕਿ ਇਹ ਧਿਆਨ ਰੱਖਿਓ ਸਾਧ ਸੰਗਤ ਕਿ ਰੱਬ ਦਾ ਹੁਕਮ ਮੰਨਣਾ ਸਾਡੇ ਵਾਸਤੇ ਕੋਈ ਆਪਸ਼ਨ ਨਹੀਂ ਹੈਗੀ। ਕੋਈ ਇਹ ਨਾ ਸੋਚੇ ਵੀ ਮੈਂ ਮੰਨਾਂ ਚਾਹੇ ਨਾ ਮੰਨਾਂ ਮੇਰੀ ਮਰਜ਼ੀ, ਨਹੀਂ। ਰੱਬ ਨੇ ਹੁਕਮ ਦੇ ਵਿੱਚ ਮੌਤ ਲਿਖ ਦਿੱਤੀ ਤੇ ਮਨੁੱਖ ਕੋਲ ਕੋਈ ਆਪਸ਼ਨ ਨਹੀਂ ਵੀ ਮੈਂ ਮੌਤ ਚੁਣਾ ਕਿ ਨਾ ਚੁਣਾ। ਨਾ, ਮੌਤ ਆਉਣੀ ਤੇ ਆ ਕੇ ਹੀ ਰਹਿਣੀ ਹੈ। ਰੱਬ ਨੇ ਹੁਕਮ ਦੇ ਵਿੱਚ ਲਿਖ ਦਿੱਤਾ ਵੀ ਇਸ ਜੀਵ ਦਾ ਜਨਮ ਇਸ ਘਰ 'ਚ ਹੋਣਾ ਹੈ। ਜੇ ਮਨੁੱਖ ਕੋਲ ਆਪਸ਼ਨ ਹੁੰਦੀ ਇਹਨੇ ਤਾਂ ਫਿਰ ਮੋਦੀ ਦੇ ਘਰ ਹੀ ਜਨਮ ਲੈਣਾ ਸੀ, ਜੰਮਦੇ ਹੀ ਰਾਸ਼ਟਰ ਪ੍ਰਧਾਨ ਮੰਤਰੀ ਦਾ ਮੁੰਡਾ ਬਣ ਜਾਣਾ ਸੀ। ਇਹਨੇ ਤਾਂ ਫਿਰ ਅੰਡਾਨੀਆਂ ਤੇ ਅੰਬਾਨੀਆਂ ਦੇ ਘਰ ਹੀ ਜਨਮ ਲੈਣਾ ਸੀ ਜੇ ਇਹਦੇ ਕੋਲ ਆਪਸ਼ਨ ਹੁੰਦੀ। ਪਰ ਨਹੀਂ ਸਾਧ ਸੰਗਤ, ਮਨੁੱਖ ਕੋਲ ਕੋਈ ਆਪਸ਼ਨ ਨਹੀਂ ਹੈ। ਹੁਕਮ ਤਾਂ ਵਰਤ ਕੇ ਹੀ ਰਹਿਣਾ ਹੈ। ਜੇ ਉਹਨੇ ਲਿਖਿਆ ਹੈ ਵੀ ਇਸ ਤਰ੍ਹਾਂ ਤੇਰੇ ਜੀਵਨ ਦੇ ਵਿੱਚ ਆਹ ਦੁੱਖ ਸੁੱਖ ਆਉਣੇ ਨੇ, ਇਹ ਆ ਕੇ ਹੀ ਰਹਿਣੇ ਆ। ਮਨੁੱਖ ਕੋਲ ਆਪਸ਼ਨ ਨਹੀਂ ਵੀ ਉਹ ਕਿਹੜੇ ਦੁੱਖ ਸੁੱਖ ਚੁਣੇ, ਨਹੀਂ। ਉਹ ਤਾਂ ਆ ਕੇ ਹੀ ਰਹਿਣੇ ਆ, ਮੌਤ ਵਰਤ ਕੇ ਹੀ ਰਹਿਣੀ ਹੈ। ਜੋ ਵੀ ਹੁਕਮ ਉਹਦਾ ਪਰਮਾਤਮਾ ਦਾ ਇਸ ਸੰਸਾਰ ਦੇ ਵਿੱਚ ਵਰਤਣਾ ਹੈ ਉਹ ਵਰਤ ਕੇ ਹੀ ਰਹਿਣਾ ਹੈ। ਫਿਰ ਅਸੀਂ ਕੀ ਕਰਨਾ ਹੈ ਕਿ ਅਸੀਂ ਮਨ ਕਰਕੇ ਵੀ ਰਾਜੀ ਹੋਣਾ ਹੈ। ਜਿਵੇਂ ਹੁਣ ਇੱਕ ਪੁੱਤਰ, ਇੱਕ ਬੱਚਾ ਜਾਂ ਇੱਕ ਧੀ ਸਕੂਲੇ ਜਾਂਦੀ ਹੈ ਅਤੇ ਇੱਕ ਦਿਨ ਉਹ ਜਿੱਦ ਕਰੇ ਵੀ ਪਾਪਾ ਮੈਂ ਸਕੂਲ ਨਹੀਂ ਜਾਣਾ, ਅਤੇ ਪਿਤਾ ਕਵੇ ਵੀ ਪੁੱਤ ਤੇਰੇ ਕੋਲ ਨਾ ਜਾਣ ਜਾਂ ਜਾਣ ਦੀ ਕੋਈ ਆਪਸ਼ਨ ਨਹੀਂ, ਸਕੂਲ ਤਾਂ ਜਾਣਾ ਹੀ ਪੈਣਾ ਹੈ। ਹੁਣ ਇਹ ਤੇਰੀ ਮਰਜ਼ੀ ਆ, ਭਾਵੇਂ ਖੁਸ਼ ਹੋ ਕੇ ਚੱਲ ਜਾ, ਭਾਵੇਂ ਮੂੰਹ ਬਣਾ ਕੇ ਚੱਲ ਜਾ, ਜਾਣਾ ਤਾਂ ਪੈਣਾ ਹੀ ਹੈ। ਇਵੇਂ ਹੀ ਪਰਮਾਤਮਾ ਦਾ ਹੁਕਮ ਤਾਂ ਵਰਤ ਕੇ ਹੀ ਰਹਿਣਾ ਹੈ। ਇਹ ਹੁਣ ਮਨੁੱਖ ਵੇਖੇ ਵੀ ਉਹਨੇ ਖੁਸ਼ ਹੋ ਕੇ ਮੰਨਣਾ ਹੈ ਕਿ ਦੁਖੀ ਹੋ ਕੇ ਮੰਨਣਾ ਹੈ, ਉਹਨੇ ਮੂੰਹ ਬਣਾ ਕੇ ਮੰਨਣਾ ਹੈ ਕਿ ਆਨੰਦ 'ਚ ਮੰਨਣਾ ਹੈ। ਇੱਕ ਤਾਂ ਉਹ ਭਗਤ ਜਨ ਜਿਨ੍ਹਾਂ ਦੇ ਹੁਕਮ ਵਰਤਿਆ ਕਿ ਉਹਨਾਂ ਨੂੰ ਸੰਗਲਾਂ ਦੇ ਨਾਲ ਬੰਨ੍ਹਿਆ ਗਿਆ, ਗੰਗਾ ਵਿੱਚ ਸੁੱਟਿਆ ਗਿਆ ਕਬੀਰ ਜੀ ਨੂੰ, ਪਰ ਉਹਨਾਂ ਖੁਸ਼ ਹੋ ਕੇ ਮੰਨ ਲਿਆ। ਤੱਤੀਆਂ ਤਵੀਆਂ 'ਤੇ ਬਿਠਾਇਆ, ਖੁਸ਼ ਹੋ ਕੇ ਮੰਨ ਲਿਆ। ਪਰ ਕਈ ਮਨੁੱਖ ਐਸੇ ਨੇ ਜ਼ਿੰਦਗੀ 'ਚ ਥੋੜ੍ਹਾ ਜਿਹਾ ਦੁੱਖ ਆ ਗਿਆ ਮੂੰਹ ਬਣਾਈ ਫਿਰਦੇ ਨੇ, ਉਲਾਮੇ ਦੇਈ ਜਾਂਦੇ ਨੇ। ਤੋ ਜਿਹੜਾ ਮਨੁੱਖ ਆਨੰਦ ਦੇ ਵਿੱਚ ਮਨ ਕਰਕੇ ਵੀ ਉਸ ਹੁਕਮ ਨੂੰ ਕਬੂਲ ਲਵੇ, ਮਹਾਰਾਜ ਕਹਿੰਦੇ ਉਹ ਸਚਿਆਰ ਹੋ ਜਾਂਦਾ ਹੈ। ਖੁਸ਼ ਹੋ ਕੇ ਅੰਦਰੋਂ ਖਿੜ ਕੇ ਉਸ ਵਾਹਿਗੁਰੂ ਜੀ ਦੇ ਹੁਕਮ ਨੂੰ ਪ੍ਰਵਾਨ ਕਰ ਲਵੇ, ਮਹਾਰਾਜ ਕਹਿੰਦੇ ਉਹ ਫਿਰ ਸਚਿਆਰ ਹੋ ਜਾਂਦਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਆਕਾਰ, ਇੱਥੇ ਐੜੇ ਨੂੰ ਕੰਨਾ ਲਾਉਣਾ ਹੈ, ਆਕਾਰ ਨਹੀਂ ਬੋਲਣਾ, ਆਕਾਰ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਣ ਇਸ ਤੋਂ ਅਗਲੀ ਪੌੜੀ ਦੇ ਵਿੱਚ ਮਹਾਰਾਜ ਫਿਰ ਹੁਕਮ ਦੇ ਬਾਰੇ ਸਮਝਾਉਂਦੇ ਨੇ। ਹੁਕਮੀ ਹੋਵਨ ਆਕਾਰ, ਮਹਾਰਾਜ ਕਹਿੰਦੇ ਜਿੰਨੇ ਵੀ ਆਕਾਰ ਬਣੇ ਨੇ ਉਹਦੇ ਹੁਕਮ ਦੇ ਵਿੱਚ ਬਣੇ ਨੇ। ਤੁਸੀਂ ਵੇਖੋ ਵੱਖ-ਵੱਖ ਜੀਵਾਂ ਦੇ ਵੱਖ-ਵੱਖ ਆਕਾਰ ਨੇ। ਜਾਨਵਰਾਂ ਦਾ ਆਕਾਰ ਵੱਖਰਾ ਹੈ, ਮਨੁੱਖਾਂ ਦਾ ਆਕਾਰ ਵੱਖਰਾ ਹੈ, ਪੰਛੀਆਂ ਦਾ ਆਕਾਰ ਵੱਖਰਾ ਹੈ, ਕੀੜਿਆਂ ਮਕੌੜਿਆਂ ਦਾ ਆਕਾਰ ਜੋ ਢਾਂਚਾ ਸਟਰਕਚਰ ਹੈ ਉਹ ਵੱਖਰਾ ਹੈ। ਅਤੇ ਇਸ ਤੋਂ ਅੱਗੇ ਗੱਲ ਕਰੀਏ ਜਾਨਵਰਾਂ ਦੇ ਵਿੱਚ ਵੀ ਵੱਖ-ਵੱਖ ਆਕਾਰ ਆ ਜਾਂਦੇ ਨੇ। ਕੁੱਤੇ ਦਾ ਆਕਾਰ ਵੱਖਰਾ ਹੈ, ਸੂਰ ਦਾ ਆਕਾਰ ਵੱਖਰਾ ਹੈ। ਮਨੁੱਖਾਂ ਦੇ ਅੰਦਰ ਵੀ ਆਕਾਰ ਵੱਖੋ ਵੱਖਰੇ ਆ ਜਾਂਦੇ ਨੇ। ਕਿਸੇ ਦੇ ਬੁੱਲ੍ਹ ਮੋਟੇ ਨੇ, ਕਿਸੇ ਦੇ ਛੋਟੇ ਨੇ, ਕਿਸੇ ਦੀਆਂ ਅੱਖਾਂ ਮੋਟੀਆਂ ਨੇ, ਕਿਸੇ ਦੀਆਂ ਪਤਲੀਆਂ ਨੇ, ਤੋਂ ਵੱਖ-ਵੱਖ ਆਕਾਰ ਆ ਜਾਂਦੇ ਨੇ। ਜਿਹੜੇ ਵੀ ਆਕਾਰ ਬਣੇ ਨੇ ਇਹ ਉਹਦੇ ਹੁਕਮ 'ਚ ਬਣੇ ਨੇ। ਔਰ ਜੇ ਮਨੁੱਖ ਕੋਲ ਆਪਸ਼ਨ ਹੁੰਦੀ ਤਾਂ ਮਨੁੱਖ ਨੇ ਫਿਰ ਆਪਦੀ ਮਰਜ਼ੀ ਨਾਲ ਬੁੱਲ੍ਹ ਬਣਾਉਣੇ ਸੀ। ਹਾਲਾਂਕਿ ਮਨੁੱਖ ਬੜੇ ਯਤਨ ਕਰਦਾ, ਜਦੋਂ ਮੇਕਅਪ ਕਰਦਾ ਹੈ ਇਹ ਆਪਦੀ ਦਿੱਖ ਦੇਣ ਦਾ ਯਤਨ ਕਰਦਾ ਹੈ,
ਤੇ ਇਹਦਾ ਮਤਲਬ ਕੀ ਆ ਵੀ ਇਹ ਉਹਦੇ ਹੁਕਮ ਨੂੰ ਮਨ ਕਰਕੇ ਕਬੂਲ ਨਹੀਂ ਲਿਆ, ਇਹ ਨਹੀਂ ਫਿਰ ਸਚਿਆਰ ਹੋ ਸਕਦਾ। ਇਸੇ ਕਰਕੇ ਗੁਰਮਤਿ ਦੇ ਵਿੱਚ ਕਾਂਟੇ ਪਾਉਣੇ, ਟੌਪਸ ਪਾਉਣੇ, ਸੁਰਖੀਆਂ ਲਾਉਣੀਆਂ, ਮੇਕਅਪ ਕਰਨਾ ਪ੍ਰਵਾਨ ਨਹੀਂ। ਕਿਉਂ? ਇਸ ਕਰਕੇ ਪ੍ਰਵਾਨ ਨਹੀਂ ਹੈ ਕਿਉਂਕਿ ਗੁਰਮਤਿ ਦਾ ਪਹਿਲਾ ਲੈਸਨ ਹੀ ਤਾਂ ਹੁਕਮ ਮੰਨਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਆਕਾਰ ਬਣੇ ਨੇ ਇਹ ਉਹਦੇ ਹੁਕਮ 'ਚ ਬਣੇ ਨੇ, ਤੇ ਜੇ ਤੂੰ ਬੁੱਲਾਂ 'ਤੇ ਸੁਰਖੀ ਲਾ ਰਿਹਾ ਹੈ ਇਹਦਾ ਮਤਲਬ ਤੂੰ ਮਨ ਕਰਕੇ ਉਹਦੇ ਦਿੱਤੇ ਆਕਾਰ ਨੂੰ ਕਬੂਲ ਨਹੀਂ ਰਿਹਾ। ਤੂੰ ਮਨੋਂ ਹੀ ਮਨ ਕਹਿ ਰਿਹਾ ਵੀ ਮੈਂ ਬਣਾ ਕੇ ਦਿਖਾਉਣਾ ਵੀ ਬੁੱਲ ਕਿਵੇਂ ਦੇ ਬਣਨੇ ਚਾਹੀਦੇ ਸੀ। ਤੋ ਜੇ ਅਸੀਂ ਮਨ ਕਰਕੇ ਨਹੀਂ ਕਬੂਲ ਰਹੇ, ਸਚਿਆਰ ਹੀ ਨਹੀਂ ਹੋ ਸਕਦੇ, ਤੇ ਕਾਹਦੇ ਸਿੱਖ ਅਸੀਂ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਹੁਕਮ ਵਿੱਚ ਹੀ ਆਕਾਰ ਬਣੇ ਨੇ। ਤੇ ਇਸ ਨੂੰ ਪਿਛਲੀ ਪੌੜੀ ਦੀ ਆਖਰੀਆਂ ਤੁਕਾਂ ਨਾਲ ਜੋੜੀ ਜਾਇਓ ਵੀ ਜੇ ਸਚਿਆਰ ਹੋਣਾ ਹੈ ਤਾਂ ਆਹ ਹੁਕਮ ਮੰਨਣਾ ਹੈ ਅਸੀਂ। ਹੁਕਮੀ ਹੋਵਨ ਆਕਾਰ, ਹੁਕਮ ਦੇ ਵਿੱਚ ਆਕਾਰ ਬਣੇ ਨੇ, ਉਹਨੂੰ ਪ੍ਰਵਾਨ ਕਰ ਲਓ। ਤੇ ਮਹਾਰਾਜ ਕਹਿੰਦੇ ਹੁਕਮ ਨਾ ਕਹਿਆ ਜਾਈ। ਗੁਰੂ ਸਾਹਿਬ ਨੇ ਪਹਿਲੀ ਪੰਕਤੀ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਭਾਵੇਂ ਮੈਂ ਹੁਕਮ ਨੂੰ ਐਕਸਪਲੇਨ ਕਰਨ ਦਾ ਯਤਨ ਕਰ ਰਿਹਾ ਪਰ ਮੁਕੰਮਲ ਤੌਰ ਤੇ ਪ੍ਰਮਾਤਮਾ ਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਜਿੰਨੇ ਜੀਵ ਹਨ ਉਸ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਬਣੇ ਹਨ ਤੇ ਵਡਿਆਈ ਵੀ ਉਹਦੇ ਹੁਕਮ 'ਚ ਮਿਲਦੀ ਹੈ। ਜੇ 4 ਬੰਦਿਆਂ ਨੇ ਸਾਡੀ ਸਿਫਤ ਕਰਨੀ ਹੈ, 5ਵਾਂ ਬੰਦਾ ਨਿੰਦਿਆ ਕਰ ਰਿਹਾ, ਇਹ ਉਹਦਾ ਹੁਕਮ ਹੀ ਹੈ। ਵੀ ਜੇ ਉਹਨੇ ਸਾਡੇ ਲੇਖਾਂ ਦੇ ਵਿੱਚ 4 ਬੰਦਿਆਂ ਦੀ ਵਡਿਆਈ ਲਿਖੀ ਹੈ ਵੀ 4 ਬੰਦੇ ਹੀ ਤੈਨੂੰ ਵਡਿਆਉਣਗੇ ਤਾਂ 4 ਹੀ ਵਡਿਆ ਸਕਦੇ ਆ। ਤਾਂ ਵਡਿਆਈ ਵੀ ਜੋ ਹੈ ਉਹ ਪ੍ਰਮਾਤਮਾ ਦੇ ਹੁਕਮ 'ਚ ਮਿਲਦੀ ਹੈ। ਜਿੰਨੇ ਜੀਵ ਹਨ ਉਹਦੇ ਹੁਕਮ ਵਿੱਚ ਬਣੇ ਹਨ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਉਹਦੇ ਹੁਕਮ ਦੇ ਅੰਦਰ ਹੀ ਕੋਈ ਉੱਤਮ ਹੈ, ਭਾਵ ਉੱਚੇ ਕਰਮਾਂ ਵਾਲਾ ਹੈ, ਚੰਗੇ ਕਰਮਾਂ ਵਾਲਾ ਹੈ, ਤੇ ਉਹਦੇ ਹੁਕਮ ਦੇ ਵਿੱਚ ਹੀ ਕੋਈ ਨੀਚ ਹੈ, ਭਾਵ ਮਾੜੇ ਤੇ ਨੀਵੇਂ ਕਰਮਾਂ ਵਾਲਾ ਹੈ। ਤੇ ਉਸੇ ਕਰਮਾਂ ਦੇ ਅਨੁਸਾਰ ਫਿਰ ਉਹ ਹੁਕਮ ਲਿਖਿਆ ਜਾਂਦਾ ਹੈ ਕਿ ਇਹਨੂੰ ਕਿਵੇਂ ਦੁੱਖ ਤੇ ਸੁੱਖ ਮਿਲਣਾ ਹੈ। ਇਹ ਉਹਦੇ ਹੁਕਮ 'ਚ ਹੈ। ਇਹ ਧਿਆਨ ਦਿਓ ਵੀ ਜਿਹੜਾ ਦੁੱਖ ਤੇ ਸੁੱਖ ਉਸ ਪਰਮਾਤਮਾ ਦੇ ਹੁਕਮ 'ਚ ਹੈ, ਪਰ ਉਹਦੇ ਹੁਕਮ ਦੇ ਵਿੱਚ ਹੀ ਸਾਡੇ ਲੇਖ ਲਿਖੇ ਜਾਂਦੇ ਨੇ। ਇਹ ਥੋੜ੍ਹਾ ਜਿਹਾ ਕਲੀਅਰ ਕਰਿਓ। ਜਿਵੇਂ ਹੁਣ ਮਨੁੱਖ ਨੇ ਪਾਪ ਕੀਤਾ ਤੇ ਜੱਜ ਹੁਕਮ ਕਰ ਦਿੰਦਾ ਵੀ ਇਹਨੂੰ ਆਹ ਸਜ਼ਾ ਮਿਲਣੀ ਹੈ, ਉਹ ਹੁਣ ਉਸ ਚੋਰ ਦੇ ਜਾਂ ਉਸ ਅਪਰਾਧੀ ਦੇ ਆਪਣੇ ਕਰਮਾਂ ਦੀ ਸਜ਼ਾ ਹੈ। ਇਹ ਕੋਈ ਜੱਜ ਦੀ ਵੈਰਤਾ ਨਹੀਂ ਹੈ। ਇਸੇ ਤਰ੍ਹਾਂ ਦੁੱਖ ਤੇ ਸੁੱਖ ਦੇ ਹੁਕਮ 'ਚ ਹੈ, ਪਰ ਉਹ ਹੁਕਮ ਦੇ ਜਿਹੜੇ ਲੇਖ ਨੇ ਉਹ ਮਨੁੱਖ ਦੇ ਆਪਣੇ ਕਰਮਾਂ ਦੇ ਨਾਲ ਲਿਖੇ ਜਾਂਦੇ ਨੇ। ਇਹਨੂੰ ਸੌਖਿਆ ਸਮਝਣ ਲਈ ਮੈਂ ਇੱਥੇ ਥੋੜ੍ਹਾ ਜਿਹਾ ਤਾਂ ਰੁਕਿਆ ਕਿਉਂਕਿ ਇਹ ਬੜਾ ਭੁਲੇਖੇ ਵਾਲਾ ਵਿਸ਼ਾ ਹੈ। ਵੀ ਮਨੁੱਖ ਦੇ ਅੰਦਰ ਅਕਸਰ ਸਵਾਲ ਉੱਠਦਾ ਵੀ ਜੇ ਸਭ ਕੁਝ ਹੁਕਮ ਦੇ ਅੰਦਰ ਹੈ ਫਿਰ ਸਾਨੂੰ ਆਪਣੇ ਕਰਮਾਂ ਦੀ ਸਜ਼ਾ ਕਿਉਂ। ਵੀ ਜੇ ਨੀਚ ਮਨੁੱਖ ਉਹਦੇ ਹੁਕਮ 'ਚ ਹੈ ਤੇ ਨੀਚ ਮਨੁੱਖ ਨੂੰ ਉਹਦੇ ਕਰਮਾਂ ਦਾ ਜਿਹੜਾ ਫਲ ਉਹ ਦੁੱਖ ਮਿਲੇਗਾ, ਇਹਦਾ ਮਤਲਬ ਵੀ ਫਿਰ ਇਹ ਤਾਂ ਕਸੂਰ ਰੱਬ ਦਾ ਹੋਇਆ। ਫਿਰ ਸਾਡਾ ਕੀ ਕਸੂਰ ਹੈ? ਮਾੜੇ ਕਰਮ ਕਰਨਾ ਉਹਦਾ ਹੁਕਮ ਹੈ, ਫਿਰ ਇਹ ਕਸੂਰ ਤਾਂ ਫਿਰ ਰੱਬ ਦਾ ਹੋਇਆ ਨਾ। ਆਮ ਮਨੁੱਖ ਦੇ ਅੰਦਰ ਇਹ ਸਵਾਲ ਆ ਜਾਂਦਾ ਹੈ। ਪਰ ਨਹੀਂ ਸਾਧ ਸੰਗਤ, ਤੇ ਥੋੜ੍ਹਾ ਜਿਹਾ ਸਮਝਿਓ। ਮੰਨ ਲਓ ਇੱਕ ਕਮਰੇ ਦੇ ਵਿੱਚ ਇੱਕ ਮਾਲਕ ਨੇ ਇੱਕ ਨੌਕਰ ਨੂੰ ਬੰਦ ਕਰ ਦਿੱਤਾ ਤੇ ਕਮਰੇ ਦੇ ਵਿੱਚ ਉਹਨੇ ਭੋਜਨ ਵੀ ਰੱਖ ਦਿੱਤਾ, ਜ਼ਹਿਰ ਵੀ ਰੱਖ ਦਿੱਤਾ। ਕਮਰੇ ਦੇ ਵਿੱਚ ਉਹਨੇ ਫੁੱਲਾਂ ਦੀ ਸੇਜ ਵੀ ਵਿਛਾ ਦਿੱਤੀ ਤੇ ਕੰਡਿਆਂ ਵਾਲਾ ਮੰਜਾ ਵੀ ਰੱਖ ਦਿੱਤਾ ਤੇ ਕਮਰਾ ਬੰਦ ਕਰ ਦਿੱਤਾ। ਹੁਣ ਹੁਕਮ ਇਹ ਆ ਵੀ ਜੋ ਕੁਝ ਅੰਦਰ ਸਮਾਨ ਰੱਖਿਆ ਹੈ ਉਹ ਮਾਲਕ ਦੀ ਮਰਜ਼ੀ ਦੇ ਅਧੀਨ ਹੈ, ਉਹਦੇ ਤੋਂ ਬਾਹਰ ਨਹੀਂ ਕੁਝ ਹੈਗਾ। ਹੁਣ ਜੋ ਕੁਝ ਅੰਦਰ ਹੈ ਉਹ ਮਾਲਕ ਦੇ ਧਿਆਨ 'ਚ ਹੈ ਵੀ ਆਹ ਕੁਝ ਹੀ ਮੈਂ ਅੰਦਰ ਰੱਖਿਆ ਹੈ। ਹੁਣ ਜੋ ਕੁਝ ਅੰਦਰ ਰੱਖਿਆ ਉਹਦੀ ਚੋਣ ਨੌਕਰ ਨੇ ਆਪ ਕਰਨੀ ਹੈ, ਭਾਵੇਂ ਉਹ ਕੰਡਿਆਂ ਵਾਲਾ ਮੰਜਾ ਚੁਣ ਲਵੇ ਤੇ ਭਾਵੇਂ ਉਸ ਫੁੱਲਾਂ ਵਾਲੀ ਸੇਜ ਚੁਣ ਲਵੇ, ਭਾਵੇਂ ਉਹ ਭੋਜਨ ਚੁਣ ਲਵੇ, ਭਾਵੇਂ ਜ਼ਹਿਰ ਚੁਣ ਲਵੇ। ਪਰ ਇਹ ਧਿਆਨ ਰੱਖੇ, ਭੋਜਨ ਚੁਣੇਗਾ ਸੁੱਖ ਮਿਲੇਗਾ, ਜ਼ਹਿਰ ਚੁਣੇਗਾ ਤੇ ਮੌਤ ਮਿਲੇਗੀ। ਫੁੱਲਾਂ ਦੀ ਸੇਜ ਚੁਣੇਗਾ ਸੁੱਖ ਮਿਲੇਗਾ, ਕੰਡਿਆਂ ਦਾ ਮੰਜਾ ਚੁਣੇਗਾ ਤੇ ਦੁੱਖ ਮਿਲੇਗਾ। ਇਸੇ ਤਰ੍ਹਾਂ ਪ੍ਰਮਾਤਮਾ ਨੇ ਸਾਡੇ ਅੰਦਰ ਵਿਕਾਰ ਵੀ ਟਿਕਾਏ ਨੇ, ਗੁਣ ਵੀ ਟਿਕਾਏ ਨੇ, ਕਾਮ ਕ੍ਰੋਧ ਆਦਿਕ ਵਿਕਾਰ ਵੀ ਟਿਕਾਏ ਨੇ, ਔਗਣ ਵੀ ਟਿਕਾਏ ਨੇ ਤੇ ਗੁਣ ਵੀ ਟਿਕਾਏ ਨੇ। ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਕੁਝ, ਉਹਦੇ ਧਿਆਨ ਤੋਂ ਬਾਹਰ ਨਹੀਂ ਹੈ, ਸਭ ਕੁਝ ਉਹਦੇ ਧਿਆਨ ਦੇ ਅੰਦਰ ਹੀ ਹੈ। ਪਰ ਇਹ ਹੁਣ ਮਨੁੱਖ ਨੇ ਚੋਣ ਕਰਨੀ ਆ ਵੀ ਉਹਨੇ ਗੁਣ ਚੁਣਨੇ ਆ ਕਿ ਔਗਣ ਚੁਣਨੇ ਆ। ਗੁਣ ਚੁਣੇਗਾ ਸੁੱਖ ਮਿਲਣਗੇ, ਔਗਣ ਚੁਣੇਗਾ ਤੇ ਦੁੱਖ ਮਿਲਣਗੇ। ਪਰ ਇਹ ਜਿਹੜੇ ਸਾਰੇ ਨਿਯਮ ਹਨ ਇਹ ਉਹਦੇ ਹੁਕਮ ਵਿੱਚ ਹਨ। ਉਹਨੇ ਆਪਣੇ ਹੁਕਮ ਦੇ ਅੰਦਰ ਹੀ ਇਹ ਨਿਯਮ ਬਣਾਇਆ ਹੈ ਕਿ ਕੋਈ ਉੱਤਮ ਹੋਵੇਗਾ ਤੇ ਉਹਨੂੰ ਸੁੱਖ ਮਿਲ ਜਾਵੇਗਾ,
ਕੋਈ ਨੀਚ ਹੋਵੇਗਾ ਤਾਂ ਉਹਨੂੰ ਦੁੱਖ ਮਿਲੇਗਾ। ਤੋ ਇਹ ਸਭ ਕੁਝ ਪਰਮਾਤਮਾ ਦੇ ਹੁਕਮ ਅੰਦਰ ਹੈ। ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਉਹਦੇ ਹੁਕਮ ਦੇ ਅੰਦਰ ਹੀ ਕਿਸੇ ਨੂੰ ਬਖਸ਼ਿਸ਼ ਮਿਲਦੀ ਹੈ ਔਰ ਉਹਦੇ ਹੁਕਮ ਦੇ ਅੰਦਰ ਹੀ ਕੋਈ ਭਟਕਦਾ ਰਹਿੰਦਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਿੰਨੇ ਵੀ ਜੀਵ ਹਨ ਉਹਦੇ ਹੁਕਮ ਦੇ ਅੰਦਰ ਹਨ, ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਮਹਾਰਾਜ ਕਹਿੰਦੇ ਜੇ ਕੋਈ ਉਹਦੇ ਹੁਕਮ ਨੂੰ ਬੁੱਝ ਲਵੇ ਫਿਰ ਉਹ ਹਉਮੈ ਦੀਆਂ ਗੱਲਾਂ ਨਹੀਂ ਕਰਦਾ। ਅਸੀਂ ਹਉਮੈ ਦੀਆਂ ਗੱਲਾਂ ਕਰਦੇ ਕਿਉਂਕਿ ਹੁਕਮ ਨਹੀਂ ਬੁੱਝਿਆ ਵੀ ਆ ਕੁਝ ਮੈਂ ਕੀਤਾ ਹੈ, ਘਰ ਮੈਂ ਪਾਇਆ ਹੈ, ਆ ਨੌਕਰੀ ਮੈਂ ਲਈ ਹੈ, ਆ ਪਦਾਰਥ ਮੈਂ ਇਕੱਠੇ ਕੀਤੇ, ਪ੍ਰਧਾਨ ਮੰਤਰੀ ਮੈਂ ਬਣਿਆ, CM ਮੈਂ ਬਣਿਆ, PM ਮੈਂ ਬਣਿਆ, ਪ੍ਰੈਜ਼ੀਡੈਂਟ ਮੈਂ ਬਣਿਆ। ਪਰ ਮਹਾਰਾਜ ਕਹਿੰਦੇ ਜੇ ਕਿਤੇ ਉਹ ਉਹਦੇ ਹੁਕਮ ਨੂੰ ਬੁੱਝ ਲਵੇ ਤੇ ਜਿੰਨੇ ਹੁਕਮ ਨੂੰ ਬੁੱਝ ਲਿਆ ਉਹਨੂੰ ਇਹ ਅਹਿਸਾਸ ਹੋ ਜਾਂਦਾ ਹੈ ਘਰ ਉਹਦੇ ਹੁਕਮ 'ਚ ਮਿਲਿਆ, ਪਰਿਵਾਰ ਉਹਦੇ ਹੁਕਮ 'ਚ ਮਿਲਿਆ, ਪਦਵੀਆਂ ਉਹਦੇ ਹੁਕਮ 'ਚ ਮਿਲੀਆਂ ਨੇ, ਵਡਿਆਈ ਉਹਦੇ ਹੁਕਮ 'ਚ ਮਿਲੀ ਹੈ। ਤੇ ਜੇ ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੈ, ਉਹਦੇ ਹੁਕਮ ਦੇ ਵਿੱਚ ਹੀ ਹੈ, ਫਿਰ ਮੇਰਾ ਕੀ? ਤੇ ਜੇ ਕੁਝ ਮੇਰਾ ਹੈ ਹੀ ਨਹੀਂ ਫਿਰ ਹਉਮੈ ਕਾਹਦੀ? ਹੁਣ ਮਕਾਨ ਕਿਰਾਏ ਤੇ ਲਿਆ ਹੈ ਤੇ ਕਿਰਾਏ ਤੇ ਲੈ ਕੇ ਸੋਹਣੀ ਕੋਠੀ ਕੋਈ ਮਾਣ ਦੇ ਨਾਲ ਕਵੇ ਮੇਰੀ ਕੋਠੀ, ਤੇ ਸਿਆਣਾ ਸਮਝਾਵੇਗਾ ਭਰਾਵਾ ਤੇਰੀ ਕਿੱਥੋਂ ਹੋਈ, ਤੂੰ ਤਾਂ ਕਿਰਾਏ ਤੇ ਰਹਿਣਾ ਪਿਆ। ਆ ਸਰੀਰ ਵੀ ਜਿਹੜਾ ਹੈ ਇਹ ਪਰਮਾਤਮਾ ਨੇ ਸਾਨੂੰ ਦਿੱਤਾ ਸੀ, ਕਿਰਾਏ ਤੇ ਰਹਿੰਦੇ ਪਏ ਆ। ਜਦੋਂ ਉਹਨੇ ਜੀ ਚਾਹਿਆ ਇਹਨੂੰ ਮਿੱਟੀ ਕਰ ਦੇਣਾ ਤੇ ਉਹ ਸਰੀਰ ਜਿਹੜਾ ਰੱਬ ਦਾ ਦਿੱਤਾ ਹੈ ਉਹਨੂੰ ਲੈ ਕੇ ਮਨੁੱਖ ਕਵੇ ਵੀ ਮੈਂ ਸੋਹਣਾ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਜੇ ਤੂੰ ਉਹਦੇ ਹੁਕਮ ਨੂੰ ਬੁੱਝ ਲਵੇਂ ਫਿਰ ਤੂੰ ਐਵੇਂ ਹਉਮੈ ਦੀਆਂ ਗੱਲਾਂ ਨਹੀਂ ਕਰੇਂਗਾ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਫਿਰ ਜਪ ਬਾਣੀ ਦੇ ਅੰਦਰ ਗਾਉਣ ਦੀ ਅਵਸਥਾ ਦੱਸੀ ਹੈ, ਅੱਗੇ ਜਾ ਕੇ ਸੁਣਨ ਤੇ ਮੰਨਣ ਦੀ ਵੀ ਆਏਗੀ, ਪਰ ਆਰੰਭ ਗਾਉਣ ਤੋਂ ਹੈ। ਮਹਾਰਾਜ ਕਹਿੰਦੇ ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਕਿਹਦੇ ਕੋਲ ਤਾਕਤ ਹੈ ਉਹਨੂੰ ਗਾਉਣ ਦੀ? ਕੌਣ ਗਾ ਸਕਦਾ ਹੈ ਉਹਦੀ ਤਾਕਤ ਨੂੰ? ਉਹੀ ਗਾ ਸਕਦਾ ਹੈ ਜਿਹਦੇ ਕੋਲ ਆਪਦੇ ਕੋਲ ਥੋੜ੍ਹੀ ਸਮਰੱਥਾ ਹੋਵੇ, ਤੇ ਜਿੰਨੀ ਕੁ ਸਮਰੱਥਾ ਹੋਵੇਗੀ ਓਨਾ ਕੀ ਗਾ ਸਕਦਾ। ਮੁਕੰਮਲ ਤੌਰ 'ਤੇ ਗਾ ਨਹੀਂ ਸਕਦਾ ਕਿਉਂਕਿ ਕਿਸੇ ਵੀ ਮਨੁੱਖ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਪਰਮਾਤਮਾ ਦੀ ਤਾਕਤ ਨੂੰ ਮੁਕੰਮਲ ਤੌਰ 'ਤੇ ਗਾ ਸਕੇ। ਗਾਵੈ ਕੋ ਦਾਤ, ਜਾਣੈ ਨੀਸਾਨ। ਕੋਈ ਗਾਉਂਦਾ ਹੈ ਉਹਦੀਆਂ ਦਾਤਾਂ ਨੂੰ ਨਿਸ਼ਾਨੀ ਜਾਣ ਕੇ, ਇਹ ਘਰ ਮੇਰੇ ਵਾਹਿਗੁਰੂ ਦਾ ਹੈ, ਇਹ ਘਰ ਮੇਰੇ ਵਾਹਿਗੁਰੂ ਦੀ ਨਿਸ਼ਾਨੀ ਹੈ, ਇਹ ਪਰਿਵਾਰ ਮੇਰੇ ਵਾਹਿਗੁਰੂ ਦੀ ਨਿਸ਼ਾਨੀ ਹੈ। ਦਾਤਾਂ ਨੂੰ ਨਿਸ਼ਾਨੀ ਜਾਣ ਕੇ ਉਸ ਵਾਹਿਗੁਰੂ ਨੂੰ ਕੋਈ ਗਾਉਂਦਾ ਹੈ। ਗਾਵੈ ਕੋ ਗੁਣ, ਵਡਿਆਈਆ ਚਾਰ। ਹੁਣ ਪਹਿਲੀਆਂ ਦੋ ਤੁਕਾਂ ਸੀ ਗਾਵੈ ਕੋ ਤਾਣ, ਇੱਥੇ ਵਿਸ਼ਰਾਮ ਦੇਣਾ ਸੀ। ਅਗਲੀ ਤੁਕ ਹੈ ਗਾਵੈ ਕੋ ਦਾਤ, ਇੱਥੇ ਦੋ ਪਾਠ ਨੇ, ਇੱਕ ਗਾਵੈ ਕੋ ਦਾਤ, ਇੱਥੇ ਵੀ ਵਿਸ਼ਰਾਮ ਦੇ ਸਕਦੇ ਹਾਂ। ਕੋਈ ਗਾਉਂਦਾ ਹੈ ਦਾਤਾਂ ਨੂੰ, ਜਾਣੈ ਨਿਸ਼ਾਨ, ਨਿਸ਼ਾਨੀ ਜਾਣ ਕੇ। ਦੂਜਾ ਪਾਠ ਇੰਜ ਵੀ ਕੀਤਾ ਜਾਂਦਾ ਹੈ ਗਾਵੈ ਕੋ ਦਾਤ ਜਾਣੈ ਨਿਸ਼ਾਨ, ਕੋਈ ਗਾਉਂਦਾ ਹੈ ਦਾਤਾਂ ਨੂੰ ਨਿਸ਼ਾਨੀ ਜਾਣ ਕੇ। ਪਰ ਅਗਲੀਆਂ ਤੁਕਾਂ ਦੇ ਵਿੱਚ ਕੋ 'ਤੇ ਹੀ ਵਿਸ਼ਰਾਮ ਦੇਣਾ ਹੈ। ਗਾਵੈ ਕੋ ਗੁਣ ਵਡਿਆਈਆਂ ਚਾਰ, ਕੋਈ ਗਾਉਂਦਾ ਹੈ ਉਹਦੀਆਂ ਸੋਹਣੀਆਂ, ਚਾਰ ਦਾ ਇੱਥੇ ਅਰਥ ਹੈ ਸੋਹਣੀਆਂ, ਸੁੰਦਰ, ਉਹਦੇ ਸੁੰਦਰ ਗੁਣਾਂ ਤੇ ਵਡਿਆਈਆਂ ਦੀ ਵਿਚਾਰ ਕਰਕੇ ਕੋਈ ਗਾਉਂਦਾ ਹੈ ਉਹਦੇ ਸੋਹਣੇ ਗੁਣਾਂ ਨੂੰ ਗਾ ਕੇ, ਵਡਿਆਈਆਂ ਨੂੰ ਗਾ ਕੇ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਕੋਈ ਗਾਉਂਦਾ ਹੈ ਉਹਦੀ ਡੂੰਘੀ ਵਿਦਿਆ ਦੀ ਵਿਚਾਰ ਦੇ ਜ਼ਰੀਏ, ਉਹਦੀ ਜਿਹੜੀ ਵਿਦਿਆ ਹੈ ਬੜੀ ਡੂੰਘੀ ਵਿਦਿਆ ਹੈ, ਉਸ ਡੂੰਘਾਈ ਵਿੱਚ ਜਾ ਜਾ ਕੇ ਵਿਚਾਰਾਂ ਕਰ ਕਰਕੇ ਕੋਈ ਇਸ ਢੰਗ ਦੇ ਨਾਲ ਉਹਨੂੰ ਗਾ ਰਿਹਾ ਹੈ। ਗਾਵੈ ਕੋ ਸਾਜ ਕਰੇ ਤਨ ਖੇਹ। ਕੋਈ ਗਾਉਂਦਾ ਹੈ ਕਿ ਉਹ ਪਰਮਾਤਮਾ ਸਾਨੂੰ ਸਾਜਦਾ ਵੀ ਹੈ ਤੇ ਸਾਡੇ ਤਨ ਨੂੰ ਮਿੱਟੀ ਵੀ ਕਰ ਦਿੰਦਾ ਹੈ। ਗਾਵੈ ਕੋ ਜੀ ਲੈ ਫਿਰ ਦੇਹ। ਕੋਈ ਗਾਉਂਦਾ ਹੈ ਕਿ ਪਰਮਾਤਮਾ ਜਿੰਦ ਲੈ ਲੈਂਦਾ ਹੈ ਤੇ ਫਿਰ ਉਸ ਜਿੰਦ ਨੂੰ ਕਿਸੇ ਦੂਜੇ ਸਰੀਰ ਦੇ ਵਿੱਚ ਪਾ ਦਿੰਦਾ ਹੈ। ਗਾਵੈ ਕੋ ਜਾਪੈ ਦਿਸੈ ਦੂਰ। ਕੋਈ ਗਾਉਂਦਾ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਦੂਰ ਜਾਪਦਾ ਹੈ, ਦੂਰ ਦਿਸਦਾ ਹੈ। ਭਾਵ ਕਿਸੇ ਨੂੰ ਵਾਹਿਗੁਰੂ ਜੀ ਦੇ ਹੋਂਦ ਦਾ ਹਜੇ ਅਹਿਸਾਸ ਨਹੀਂ, ਉਹਨੂੰ ਐਂ ਲੱਭਦਾ ਵੀ ਰੱਬ ਨੂੰ ਤਾਂ ਪਾਉਣਾ ਹੀ ਬੜਾ ਮੁਸ਼ਕਲ ਹੈ, ਉਹ ਤਾਂ ਬੜੀ ਦੂਰ ਜਾਪਦਾ ਹੈ। ਕੋਈ ਇਸ ਢੰਗ ਦੇ ਨਾਲ ਉਹਨੂੰ ਗਾ ਰਿਹਾ ਹੈ। ਗਾਵੈ ਕੋ ਵੇਖੈ ਹਾਦਰਾ ਹਦੂਰ। ਕੋਈ ਗਾਉਂਦਾ ਹੈ ਕਿ ਪਰਮਾਤਮਾ ਤਾਂ ਸਾਡੇ ਨੇੜੇ ਹੀ ਬਹੁਤ ਹੈ, ਉਹ ਤਾਂ ਹਾਜ਼ਰਾ ਹਜ਼ੂਰ ਹੈ,
ਹਾਦਰਾ ਹਦੂਰ, ਉਹ ਤਾਂ ਸਾਨੂੰ ਵੇਖ ਰਿਹਾ, ਬੜੀ ਨੇੜੇ ਆ, ਸਾਡੇ ਅੰਗ ਸੰਗ ਹੈ। ਕੋਈ ਇਸ ਢੰਗ ਦੇ ਨਾਲ ਉਹਨੂੰ ਗਾ ਰਿਹਾ ਹੈ। ਕਥਨਾ ਕਥੀ ਨਾ ਆਵੈ ਤੋਟ। ਤੂੰ ਵੱਖ-ਵੱਖ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਗਾਇਆ ਜਾ ਰਿਹਾ ਹੈ, ਉਹਨੂੰ ਕਥਨ ਕੀਤਾ ਜਾ ਰਿਹਾ ਹੈ। ਪਰ ਮਹਾਰਾਜ ਕਹਿੰਦੇ ਕਥਨਾ ਕਥੀ, ਇੱਥੇ ਵਿਸ਼ਰਾਮ ਦੇਣਾ, ਨਾ ਆਵੈ ਤੋਟ। ਜੇ ਅਸੀਂ ਨਾ ਤੇ ਵਿਸ਼ਰਾਮ ਦੇਵਾਂਗੇ ਫਿਰ ਅਰਥਾਂ ਦਾ ਅਨਰਥ ਹੋ ਜਾਵੇਗਾ। ਕਥਨਾ ਕਥੀ ਨਾ ਆਵੈ ਤੋਟ, ਜੇ ਇੰਜ ਬੋਲਾਂਗੇ ਫਿਰ ਇਹਦੇ ਅਰਥ ਬਣ ਜਾਣਗੇ ਵੀ ਕਹਿਣ ਨੂੰ ਕੁਝ ਹੈ ਹੀ ਨਹੀਂ, ਤੋਟ ਆ ਗਈ। ਇੱਥੇ ਅਰਥ ਨੇ ਕਥਨਾ ਕਥੀ ਨਾ ਆਵੈ ਤੋਟ। ਮਹਾਰਾਜ ਕਹਿੰਦੇ ਨੇ ਕਿ ਕਥਨ ਕਰਨ ਦੇ ਨਾਲ ਜਿੰਨਾ ਮਰਜ਼ੀ ਉਹਨੂੰ ਕਥਨ ਕਰੀ ਜਾਓ, ਬਿਆਨ ਕਰੀ ਜਾਵੋ, ਉਹਦੇ ਗੁਣਾਂ ਦੀ ਤੋਟ ਨਹੀਂ ਆ ਸਕਦੀ, ਉਹਦੇ ਗੁਣ ਥੋੜ੍ਹੇ ਨਹੀਂ ਪੈ ਸਕਦੇ। ਕਥ ਕਥ ਕਥੀ ਕੋਟੀ ਕੋਟ ਕੋਟ। ਤੇ ਕਰੋੜਾਂ ਹੀ ਜੀਵ ਬੇਅੰਤ ਢੰਗ ਦੇ ਨਾਲ ਬੇਅੰਤ ਵਾਰ ਉਹਨੂੰ ਕਥਨ ਕਰਦੇ ਨੇ, ਪਰ ਇੰਨੀ ਵਾਰ ਕਥਨ ਕਰਨ ਦੇ ਨਾਲ ਵੀ ਉਹਦੇ ਗੁਣਾਂ ਦੀ ਥੋੜ ਨਹੀਂ ਆਉਂਦੀ। ਹੁਣ ਇੱਕ ਮਨੁੱਖ ਨੂੰ ਕਥਨ ਕਰਨਾ ਹੋਵੇ 10 ਕੁ ਗੁਣ ਕਹਿ ਕੇ ਅਸੀਂ ਥੱਕ ਜਾਂਦੇ ਹਾਂ ਵੀ ਲੈ ਜੀ ਉਹਦੇ ਤਾਂ ਗੁਣ ਮੁੱਕ ਗਏ, ਪਰ ਰੱਬ ਨੂੰ ਕਰੋੜਾਂ ਹੀ ਬੰਦੇ ਬੇਅੰਤ ਵਾਰ ਕਥਨ ਕਰਨ ਦਾ ਯਤਨ ਕਰਦੇ ਨੇ, ਪਰ ਉਹਦੇ ਗੁਣਾਂ ਦੀ ਜਿਹੜੀ ਤੋਟ ਹੈ, ਥੋੜ ਹੈ, ਉਹ ਨਹੀਂ ਆਉਂਦੀ। ਦੇਦਾ ਦੇ ਲੈਦੇ ਥਕ ਪਾਹੇ। ਮਹਾਰਾਜ ਕਹਿੰਦੇ ਉਹ ਪਰਮਾਤਮਾ ਦਈ ਜਾਂਦਾ ਹੈ, ਦੇਣ ਵਾਲਾ ਦਈ ਜਾਂਦਾ ਹੈ, ਪਰ ਲੈਣ ਵਾਲੇ ਥੱਕ ਜਾਂਦੇ ਹਨ। ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਜੁਗਾਂ ਤੋਂ ਮਨੁੱਖ ਖਾਈ ਆ ਰਿਹਾ ਹੈ, ਜੀਵ ਖਾਈ ਆ ਰਹੇ ਨੇ, ਪਰ ਉਹਦੀਆਂ ਦਾਤਾਂ ਵਿੱਚ ਥੋੜ ਨਹੀਂ ਆਉਂਦੀ। ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮੀ ਜਿਹੜਾ ਪਰਮਾਤਮਾ ਹੈ, ਉਹ ਆਪਣੇ ਹੁਕਮ ਦੇ ਰਾਹੀਂ ਇਸ ਸੰਸਾਰ ਨੂੰ ਚਲਾ ਰਿਹਾ ਹੈ। ਨਾਨਕ ਵਿਗਸੈ ਵੇ ਪਰਵਾਹ। ਪਰ ਸੰਸਾਰ ਨੂੰ ਚਲਾਉਂਦਿਆਂ ਉਹ ਕੋਈ ਚਿੰਤਾ ਵਿੱਚ ਨਹੀਂ। ਮਨੁੱਖ ਨੇ ਥੋੜ੍ਹੇ ਜਿਹੇ ਜੀਆਂ ਵਾਲੇ ਪਰਿਵਾਰ ਨੂੰ ਚਲਾਉਣਾ ਹੋਵੇ ਬੜੀਆਂ ਚਿੰਤਾਵਾਂ ਕਰਦਾ ਹੈ, ਪਰ ਰੱਬ ਏਡਾ ਵੱਡਾ ਪਰਿਵਾਰ, ਏਡੀ ਵੱਡੀ ਕੁਦਰਤ ਚਲਾ ਰਿਹਾ ਹੈ, ਪਰ ਉਹਨੂੰ ਕੋਈ ਟੈਨਸ਼ਨ ਨਹੀਂ। ਉਹ ਖਿੜਦਾ ਹੈ, ਵਿਗਸੈ ਵੇ ਪਰਵਾਹ, ਤੇ ਬੇਪਰਵਾਹ ਹੋ ਕੇ, ਉਹਨੂੰ ਕੋਈ ਪਰਵਾਹ ਨਹੀਂ, ਉਹ ਲਾਪਰਵਾਹ ਨਹੀਂ, ਸੰਭਾਲ ਕਰਦਾ ਹੈ, ਪਰ ਬੇਪਰਵਾਹ ਹੈ। ਬੇਪਰਵਾਹ ਹੋ ਕੇ ਉਹ ਖਿੜਿਆ ਰਹਿੰਦਾ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਉਹ ਪਰਮਾਤਮਾ ਜੋ ਹੈ, ਸਾਹਿਬ ਜੋ ਹੈ, ਉਹ ਸੱਚਾ ਹੈ, ਸਦੀਵੀ ਰਹਿਣ ਵਾਲਾ ਹੈ, ਤੇ ਉਹਦਾ ਨਿਯਮ ਵੀ ਅਟੱਲ ਹੈ। ਭਾਖਿਆ ਦਾ ਅਰਥ ਹੈ ਭਾਸ਼ਾ। ਉਹ ਜਿਹੜਾ ਅਪਾਰ ਪਰਮਾਤਮਾ ਹੈ, ਉਹਦੀ ਭਾਸ਼ਾ ਜਿਹੜੀ ਹੈ ਉਹ ਪ੍ਰੇਮ ਹੈ। ਉਹਨੂੰ ਇਹ ਨਹੀਂ ਵੀ ਕੋਈ ਇੰਗਲਿਸ਼ ਦੇ ਨਾਲ ਬੋਲੇਗਾ ਫਿਰ ਉਹ ਪ੍ਰਭਾਵਿਤ ਹੋਵੇਗਾ, ਪੰਜਾਬੀ ਜਾਂ ਹਿੰਦੀ ਬੋਲੇਗਾ ਉਹ ਫਿਰ ਪ੍ਰਭਾਵਿਤ ਹੋਵੇਗਾ। ਉਹਦੀ ਭਾਸ਼ਾ ਪ੍ਰੇਮ ਹੈ। ਪ੍ਰੇਮ ਦੇ ਨਾਲ ਹੀ ਅਸੀਂ ਉਹਦੇ ਨਾਲ ਸਾਂਝ ਪਾ ਸਕਦੇ ਹਾਂ। ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ। ਜੀਵ ਉਸ ਪਰਮਾਤਮਾ ਤੋਂ ਮੰਗਦਾ ਹੈ ਤੇ ਵਾਰ-ਵਾਰ ਆਖਦਾ ਇਹ ਪਰਮਾਤਮਾ ਤੂੰ ਦਾਤ ਦੇ, ਦਾਤ ਦੇ, ਤੇ ਦਾਤਾ ਫਿਰ ਦਾਤਾਂ ਦਈ ਵੀ ਜਾਂਦਾ ਹੈ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਜਿਤ ਦਿਸੈ ਦਰਬਾਰ, ਦੱਦੇ ਨੂੰ ਬਿਹਾਰੀ ਨਹੀਂ ਸਿਹਾਰੀ ਹੈ। ਜਿਤ ਦਿਸੈ ਦਰਬਾਰ। ਮਹਾਰਾਜ ਕਹਿੰਦੇ ਜੇ ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੈ, ਫਿਰ ਉਹਦੀਆਂ ਦਾਤਾਂ ਦੇ ਵਿੱਚੋਂ ਉਹਦੀਆਂ ਹੀ ਦਾਤਾਂ ਲੈ ਕੇ ਉਹਦੇ ਅੱਗੇ ਕੀ ਰੱਖੀਏ ਕਿ ਉਹਦਾ ਦਰਬਾਰ ਦਿਸ ਪਵੇ। ਹੁਣ ਪਿਤਾ ਪੁੱਤ ਨੂੰ ਦਵੇ 100 ਰੁਪਈਆ, ਤੇ 100 ਰੁਪਈਆ ਲੈ ਕੇ ਪੁੱਤ ਵਿੱਚੋਂ 10 ਰੁਪਈਏ ਪਿਤਾ ਨੂੰ ਵਾਪਸ ਕਰਕੇ ਕਵੇ ਵੀ ਲੈ ਜੀ ਪਿਤਾ ਮੈਂ ਤੇਰੇ ਤੇ ਅਹਿਸਾਨ ਕੀਤਾ ਹੈ, ਤੇ ਪਿਤਾ ਕਵੇਗਾ ਪੁੱਤ ਮੇਰੇ ਤੋਂ ਹੀ 100 ਰੁਪਈਆ ਲੈ ਕੇ ਮੈਨੂੰ ਹੀ 10 ਰੁਪਈਏ ਵਾਪਸ ਕਰਕੇ ਮੇਰੇ ਤੇ ਕੀ ਅਹਿਸਾਨ ਕਰ ਰਿਹਾ। ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ, ਤੇ ਉਹਦੀਆਂ ਦਾਤਾਂ ਲੈ ਕੇ ਉਹਦੀਆਂ ਹੀ ਦਿੱਤੀਆਂ ਦਾਤਾਂ ਦੇ ਵਿੱਚੋਂ ਦਸਵੰਧ ਕੱਢ ਕੇ ਉਹਦੇ ਅੱਗੇ ਰੱਖੀਏ, ਤੇ ਮਨੁੱਖ ਮਾਣ ਨਾਲ ਕਵੇ ਕਿ ਆਹ ਗੁਰੂ ਨੂੰ ਮੈਂ ਦਿੱਤਾ ਹੈ, ਆਹ ਸੋਨਾ ਮੈਂ ਚੜਾਇਆ ਹੈ, ਆਹ ਬਸਤਰ ਮੈਂ ਦਿੱਤੇ ਆ, ਤੇ ਗੁਰੂ ਵੀ ਬੋਲੇਗਾ ਵੀ ਭਲਿਆ ਮੇਰੇ ਤੋਂ ਹੀ ਦਾਤਾਂ ਲੈ ਕੇ ਮੈਨੂੰ ਹੀ ਦਿੰਦਾ ਪਿਆ, ਕੀ ਅਹਿਸਾਨ ਕਰਦਾ ਪਿਆ। ਫੇਰ ਕੇ ਅੱਗੇ ਰੱਖੀਏ ਜੇ ਸਭ ਕੁਝ ਉਹਦਾ ਦਿੱਤਾ ਹੈ, ਫਿਰ ਉਹਦੇ ਕੀ ਅੱਗੇ ਰੱਖੀਏ ਕਿ ਉਹਦਾ ਦਰਬਾਰ ਦਿਸ ਪਵੇ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਤੇ ਮੁਖ ਤੋਂ ਕੀ ਬੋਲੀਏ ਕਿ ਉਹ ਸਾਡੇ ਨਾਲ ਪਿਆਰ ਪਾ ਲਵੇ, ਉਹਦੇ ਨਾਲ ਪਿਆਰ ਪੈ ਜਾਵੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਵੇਲੇ ਉਸ ਸੱਚੇ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ, ਵਿਚਾਰ ਕਰ। ਇਸ ਢੰਗ ਦੇ ਨਾਲ ਇਹ ਹੱਲ ਦੱਸਿਆ ਵੀ ਮੂੰਹੋਂ ਕੀ ਬੋਲਣਾ,
ਕਿਹੜੀ ਭਾਸ਼ਾ ਬੋਲਣੀ ਹੈ, ਉਹਦੇ ਅੱਗੇ ਰੱਖਣਾ ਕੀ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਉਸ ਸੱਚੇ ਨਾਮ ਦੀ ਵਡਿਆਈ ਕਰ, ਵਿਚਾਰ ਕਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਉਹਦੀ ਬਖਸ਼ਿਸ਼ ਦੇ ਨਾਲ ਹੀ ਪ੍ਰੇਮ ਰੂਪੀ ਕੱਪੜਾ ਮਿਲਦਾ ਹੈ ਤੇ ਉਹਦੀ ਨਦਰ ਦੇ ਨਾਲ, ਉਹਦੀ ਕਿਰਪਾ ਦੇ ਨਾਲ ਹੀ ਉਹਦਾ ਦੁਆਰ ਮਿਲਦਾ। ਇਹ ਦੋ ਸਵਾਲ ਹੋਏ ਸੀ ਨਾ ਕਿ ਪਿਆਰ ਕਿਵੇਂ ਪਵੇ ਤੇ ਉਹਦਾ ਦਰਬਾਰ ਕਿਵੇਂ ਦਿਸੇ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਉਸ ਸੱਚੇ ਨਾਮ ਦੀ ਵਡਿਆਈ ਵਿਚਾਰ ਕਰੋ, ਫਿਰ ਕੀ ਹੋਵੇਗਾ ਵੀ ਤੁਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣੋਗੇ। ਆ ਧਿਆਨ ਰੱਖਿਓ, ਜਦੋਂ ਇੱਕ ਕਿਸਾਨ ਫਸਲ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਉਵੇਂ ਦਾ ਮੌਸਮ ਦੇਖਣਾ ਪੈਣਾ ਵੀ ਜਿਸ ਮੌਸਮ ਦੇ ਵਿੱਚ ਝੋਨਾ ਹੋਊਗਾ ਉਦੋਂ ਹੀ ਝੋਨਾ ਲਾਊਗਾ ਨਾ। ਮੌਸਮ ਤੋਂ ਬਾਹਰ ਜਾ ਕੇ ਲਾਊਗਾ ਉਹ ਫਸਲ ਨਹੀਂ ਉਗਣੀ। ਇੱਕ ਤਾਂ ਉਸ ਮੌਸਮ ਦੇ ਵਿੱਚ ਫਸਲ ਲਾਵੇ, ਦੂਜਾ ਫਿਰ ਉਸ ਰੱਬ ਦੀ ਰਹਿਮਤ ਵੀ ਚਾਹੀਦੀ ਆ, ਕਿਉਂਕਿ ਭਾਵੇਂ ਉਸ ਮੌਸਮ 'ਚ ਝੋਨਾ ਲਾਇਆ ਪਰ ਉਹਨੇ ਗੜੇ ਹੀ ਵਰਾ ਦਿੱਤੇ ਤੇ ਉਹਦਾ ਲੱਗਾ ਝੋਨਾ ਵੀ ਕੀ ਕਰੇਗਾ, ਫਸਲਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ। ਇਸੇ ਤਰ੍ਹਾਂ ਮੌਸਮ ਭਾਵ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਨਾਮ ਦੀ ਵਡਿਆਈ ਵਿਚਾਰ ਕਰ। ਤੇ ਦੂਜੀ ਚੀਜ਼ ਉਹਦੀ ਬਖਸ਼ਿਸ਼ ਚਾਹੀਦੀ ਆ। ਉਹਦੀ ਬਖਸ਼ਿਸ਼ ਦੇ ਨਾਲ ਤੈਨੂੰ ਪ੍ਰੇਮ ਰੂਪੀ ਕੱਪੜਾ ਤੇ ਉਹਦਾ ਦਰਬਾਰ ਮਿਲ ਜਾਵੇਗਾ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇਸ ਤਰ੍ਹਾਂ ਫਿਰ ਜਾਣ ਲਈਦਾ ਵੀ ਉਹ ਸਚਿਆਰ ਹੀ ਹਰ ਥਾਂ ਤੇ ਆਪੇ ਆਪ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਉਹ ਜਿਹੜਾ ਪਰਮਾਤਮਾ ਹੈ ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ, ਉਹਨੂੰ ਜੰਮਿਆ ਨਹੀਂ ਜਾ ਸਕਦਾ। ਆਪੇ ਆਪ ਨਿਰੰਜਨ ਸੋਏ। ਮਾਇਆ ਤੋਂ ਰਹਿਤ ਜੋ ਪਰਮਾਤਮਾ ਹੈ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਸ ਨੇ ਵੀ ਉਹਦੀ ਸੇਵਨਾ ਕੀਤੀ, ਉਹਨੂੰ ਧਿਆਇਆ, ਫਿਰ ਉਹਨੂੰ ਵਡਿਆਈ ਮਿਲਦੀ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਇਸ ਕਰਕੇ ਉਸ ਵਾਹਿਗੁਰੂ ਜੀ ਪਰਮਾਤਮਾ ਨੂੰ ਗਾਉਣਾ ਚਾਹੀਦਾ ਹੈ। ਗੁਣੀ ਨਿਧਾਨ ਭਾਵ ਗੁਣਾਂ ਦਾ ਖਜ਼ਾਨਾ। ਉਹ ਜੋ ਗੁਣਾਂ ਦਾ ਖਜ਼ਾਨਾ ਹੈ ਉਹਨੂੰ ਗਾਉਣਾ ਕਰੀਏ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਉਹਨੂੰ ਗਾਉਣਾ ਵੀ ਹੈ ਤੇ ਜੋ ਗਾ ਰਹੇ ਹਾਂ ਉਹਨੂੰ ਸੁਣਨਾ ਵੀ ਹੈ ਤੇ ਨਾਲ ਪ੍ਰੇਮ ਵੀ ਰੱਖਣਾ ਹੈ। ਇਹ ਨਹੀਂ ਵੀ ਮਜਬੂਰੀ 'ਚ ਗਾਈ ਜਾਣਾ ਹੈ, ਮਜਬੂਰੀ 'ਚ ਸੁਣੀ ਜਾਣਾ ਹੈ। ਗਾਉਣਾ ਵੀ ਹੈ, ਸੁਣਨਾ ਵੀ ਹੈ, ਪਰ ਪ੍ਰੇਮ ਦੇ ਨਾਲ ਮਨ ਦੇ ਵਿੱਚ ਉਹਦੇ ਪ੍ਰਤੀ ਪ੍ਰੇਮ ਵੀ ਰੱਖੀਏ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਇਸ ਤਰ੍ਹਾਂ ਫਿਰ ਦੁੱਖ ਦੂਰ ਕਰ ਲਵੇਂਗਾ ਤੇ ਸੁੱਖ ਆਪਣੇ ਹਿਰਦੇ ਦੇ ਵਿੱਚ ਵਸਾ ਲਵੇਂਗਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰੂ ਵੱਲ ਮੁਖ ਕੀਤਿਆਂ ਹੀ ਸਾਨੂੰ ਨਾਮ ਦੀ ਪ੍ਰਾਪਤੀ ਹੈ। ਨਾਦੰ ਤੋਂ ਭਾਵ ਸ਼ਬਦ ਨਾਮ। ਗੁਰੂ ਵੱਲ ਮੁਖ ਕੀਤਿਆਂ ਹੀ ਵੇਦੰ ਤੋਂ ਭਾਵ ਗਿਆਨ ਦੀ ਪ੍ਰਾਪਤੀ ਹੈ। ਤੇ ਗੁਰੂ ਵੱਲ ਮੁਖ ਕੀਤਿਆਂ ਹੀ ਇਹ ਸਮਝ ਆਉਂਦੀ ਆ ਵੀ ਪਰਮਾਤਮਾ ਹਰ ਥਾਂ ਤੇ ਸਮਾਇਆ ਹੋਇਆ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇੱਕ ਸਿੱਖ ਵਾਸਤੇ, ਭਗਤ ਵਾਸਤੇ ਗੁਰੂ ਹੀ ਈਸਰ ਭਾਵ ਸ਼ਿਵ ਜੀ ਹੈ, ਗੁਰੂ ਹੀ ਗੋਰਖ ਹੈ, ਗੁਰੂ ਹੀ ਬ੍ਰਹਮਾ ਹੈ ਤੇ ਗੁਰੂ ਹੀ ਪਾਰਬਤੀ ਮਾਈ ਹੈ। ਸਿੱਖ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ ਕਿਉਂਕਿ ਗੁਰੂ ਹੀ ਉਹਦੇ ਵਾਸਤੇ ਸਭ ਕੁਝ ਹੈ। ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ। ਗੁਰੂ ਸਾਹਿਬ ਕਹਿੰਦੇ ਜੇ ਮੈਂ ਉਸ ਪਰਮਾਤਮਾ ਨੂੰ ਜਾਣ ਵੀ ਲਿਆ ਹੈ, ਜੇ ਕੋਈ ਮਨੁੱਖ ਨੂੰ ਜਾਣ ਵੀ ਲਵੇ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ਬਾਨ ਤੋਂ ਬੋਲ ਕੇ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਰਮਾਤਮਾ ਬਿਆਨਾਂ ਤੋਂ ਪਰੇ ਹੈ। ਗੁਰਾ ਇੱਕ ਦੇਹ 부ਝਾਈ। ਇਸ ਕਰਕੇ ਹੇ ਮੇਰੇ ਗੁਰੂ, ਹੇ ਮੇਰੇ ਸਤਿਗੁਰੂ, ਮੈਨੂੰ ਇੱਕ ਗੱਲ ਬੁਝਾ ਦੇ, ਮੈਨੂੰ ਇੱਕ ਗੱਲ ਸਮਝ ਪਾ ਦੇ। ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਸਾਰੇ ਜੀਆਂ ਦਾ ਇੱਕੋ ਦਾਤਾ ਹੈ ਤੇ ਮੇਰੇ ਸਤਿਗੁਰੂ ਤੂੰ ਰਹਿਮਤ ਕਰ, ਉਹ ਦਾਤਾ ਕਿਤੇ ਮੈਨੂੰ ਭੁੱਲ ਨਾ ਜਾਵੇ। ਇਹ ਨਾ ਹੋਵੇ ਉਸ ਦਾਤੇ ਨੇ ਮੈਨੂੰ ਦਾਤਾਂ ਦਿੱਤੀਆਂ ਤੇ ਦਾਤਾਂ ਵੇਖ ਕੇ ਮੈਨੂੰ ਦਾਤਾ ਹੀ ਭੁੱਲ ਜਾਵੇ, ਕਿਉਂਕਿ ਦਿੰਦੇ ਥਾਮਹੁ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ। ਹੇ ਦਾਤਾ ਜੀ ਤੁਸੀਂ ਸਦਾ ਸਾਨੂੰ ਯਾਦ ਰਹੋ। ਹੇ ਸਤਿਗੁਰੂ ਤੂੰ ਰਹਿਮਤ ਕਰ ਕਿ ਉਹ ਦਾਤਾ ਜਿਹੜਾ ਹੈ, ਸਾਰਿਆਂ ਦਾ ਜਿਹੜਾ ਇੱਕੋ ਦਾਤਾ ਹੈ, ਉਹ ਸਾਨੂੰ ਕਿਤੇ ਭੁੱਲ ਨਾ ਜਾਵੇ। ਤੋ ਇਹ 5 ਪੌੜੀਆਂ ਦੀ ਵਿਚਾਰ ਕੀਤੀ। ਬਾਕੀ ਵਿਚਾਰ ਜੋ ਆਪਾਂ ਅੱਗੋਂ ਕਰਾਂਗੇ। ਸਤਿਗੁਰੂ ਰਹਿਮਤ ਕਰਨ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਆਓ ਆਖਰੀ 2 ਤੁਕਾਂ ਦੀ ਜਿਹੜੀਆਂ ਦੁਹਰਾ ਕੇ ਆਪਾਂ ਫਤਿਹ ਬੁਲਾਈਏ ਜੀ। ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।